वाहिगुरू जी का खालसा वाहिगुरू जी की फतेह। वाहिगुरू जी की फतेह। सन्मानयोग गुरु सवारियो, आप जी ਨੂੰ ਅੱਜ ਦੀ ਇਸ ਕਲਾਸ ਵਿੱਚ ਜੀ ਆਇਆਂ। ਵਾਹਿਗੁਰੂ ਜੀ ਦੀ ਅਪਾਰ ਕਿਰਪਾ ਨਾਲ ਸਤਿਗੁਰੂ ਜੀ ਦੀ ਪਾਵਨ ਬਾਣੀ ਜਪਦੀ, ਜਿਹਨੂੰ ਸਤਿਕਾਰ ਨਾਲ ਅਸੀਂ ਜਪਜੀ ਸਾਹਿਬ ਆਖਦੇ ਹਾਂ, ਲੜੀਵਾਰ ਵਿਚਾਰ ਚੱਲ ਰਹੀ ਹੈ। ਜਿਸ ਤਰ੍ਹਾਂ ਆਪ ਜੀ ਜਾਣਦੇ ਹੋ, ਇਸ ਪਾਵਨ ਬਾਣੀ ਦੀਆਂ 38 ਪੌੜੀਆਂ ਤੇ 2 ਸ਼ਲੋਕ ਹਨ। ਉਸ ਤੋਂ ਪਹਿਲਾਂ ਮੂਲ ਮੰਤਰ ਹੈ, ਜੋ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੈ। ਜਪ ਇਸ ਬਾਣੀ ਦਾ ਸਿਰਲੇਖ ਹੈ। ਇਸ ਤੋਂ ਸਪਸ਼ਟ ਹੈ ਕਿ ਬਾਰ-ਬਾਰ ਗੁਰੂ ਸਾਹਿਬ ਜੀ ਨੇ ਯਾਦ, ਉਸ ਪ੍ਰੀਤਮ ਦੀ ਯਾਦ ਵਿੱਚ ਜੁੜਨ ਦਾ ਬਾਰ-ਬਾਰ ਸਾਨੂੰ ਸੁਨੇਹਾ ਦਿੱਤਾ ਹੈ। ਉਸ ਤੋਂ ਬਾਅਦ ਪਹਿਲਾ ਸ਼ਲੋਕ ਹੈ, ਆਤਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਉਸ ਤੋਂ ਬਾਅਦ 38 ਪੌੜੀਆਂ ਹਨ। 38 ਪੌੜੀਆਂ ਤੋਂ ਬਾਅਦ ਦੂਸਰਾ ਸ਼ਲੋਕ ਹੈ, ਪਵਨ ਗੁਰੂ ਪਾਣੀ ਪਿਤਾ ਵਾਲਾ। ਇਹਨਾਂ ਦੀ ਲੜੀਵਾਰ ਵਿਚਾਰ ਅਸੀਂ ਆਰੰਭ ਕੀਤੀ ਹੈ। ਅਕਾਲ ਪੁਰਖ ਜੀ ਦੀ ਅਪਾਰ ਕਿਰਪਾ ਨਾਲ 27 ਪੌੜੀਆਂ ਦੀ ਵਿਚਾਰ ਅਸੀਂ ਕਰ ਚੁੱਕੇ ਹਾਂ। ਅੱਜ 28ਵੀਂ ਪੌੜੀ ਤੋਂ ਵਿਚਾਰ ਆਰੰਭ ਹੋਣੀ ਹੈ। ਇਹ ਵਿਚਾਰਾਂ ਵੀਰ ਪ੍ਰਭ ਕੀਰਤਨ ਸਿੰਘ ਜੀ ਸਾਡੇ ਨਾਲ ਰੋਜ਼ ਸਾਂਝ ਪਾਉਂਦੇ ਹਨ। ਮੈਂ ਵੀਰ ਪ੍ਰਭ ਕੀਰਤਨ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦੀ ਵਿਚਾਰ ਕਿਰਪਾ ਕਰਕੇ ਆਰੰਭ ਕਰਨ। ਮੈਂ ਵੀਰ ਪ੍ਰਭ ਕੀਰਤਨ ਸਿੰਘ ਜੀ, ਕੱਲ ਜਿਹੜੀ ਪੌੜੀ ਦੀ ਅਸੀਂ ਵਿਚਾਰ ਕੀਤੀ ਸੀ, 27ਵੀਂ ਪੌੜੀ ਦੀ, ਗੁਰੂ ਸਾਹਿਬ ਜੀ ਨੇ ਉਹਦੇ ਵਿੱਚ ਸਾਨੂੰ ਦੱਸਿਆ ਕਈ ਰੰਗਾਂ ਦੇ, ਕਈ ਕਿਸਮਾਂ ਦੇ, ਕਈ ਜਿਨਸਾਂ ਦੇ ਦਸਤਾਰ ਦੀ ਰਚਨਾ ਬੜੀ ਬੇਅੰਤ ਹੈ। ਜੋ ਸੋਧਰ ਵਾਲੀ ਪੌੜੀ ਸੀ, ਬਿਸਮਾਦੀ ਇੱਕ ਅਵਸਥਾ ਦੀ ਪੌੜੀ ਹੈ, ਜਿਹੜੀ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ। ਇਤਨੀ ਵੱਡੀ ਰਚਨਾ ਰਚ ਕੇ, ਸਾਜ ਕੇ, ਬਣਾ ਕੇ ਵਾਹਿਗੁਰੂ ਆਪ ਹੀ ਇਹਦੀ ਸੰਭਾਲ ਵੀ ਕਰਦਾ ਹੈ। ਇਹ ਸਤਿਗੁਰੂ ਜੀ ਕਹਿੰਦੇ, ਵਾਹ ਘਰ ਕਿਹਾ ਕਿਹੋ ਜਿਹਾ ਤੇਰਾ, ਉਸ ਘਰ ਦਾ ਦਰ ਕਿਹੋ ਜਿਹਾ ਹੈ ਜਿੱਥੇ ਬੈਠ ਕੇ ਤੂੰ ਜੀਵਾਂ ਦੀ ਸੰਭਾਲ ਕਰ ਰਿਹਾ। ਏਡੀ ਵੱਡੀ ਕਾਇਨਾਤ ਜਿਹੜੀ ਤੇਰੇ ਹੁਕਮ ਚੱਲ ਰਹੀ ਹੈ। ਕੱਲ ਵੀ ਬੇਨਤੀ ਕੀਤੀ ਸੀ ਕਿ ਘਰ ਹੋਵੇ ਤੇ ਦਰ ਹੁੰਦਾ ਹੈ, ਜੇ ਘਰ ਨਾ ਹੋਵੇ ਤੇ ਦਰ ਵੀ ਨਹੀਂ ਹੁੰਦਾ। ਹਾਂ, ਇੱਕ ਘਰ ਨੂੰ ਦਰ ਬਹੁਤ ਹੋ ਸਕਦੇ ਨੇ, ਲੇਕਿਨ ਅੰਦਰ ਘਰ ਦੇ ਵੜ ਕੇ ਫਿਰ ਉਹ ਕੁਝ ਹੀ ਸਾਨੂੰ ਨਜ਼ਰ ਆਉਂਦਾ ਹੈ। ਰਸਤੇ ਵੱਖ-ਵੱਖ ਹੋ ਸਕਦੇ ਨੇ। ਉਸ ਤੁਰਨ ਵਾਲਿਆਂ ਦਾ ਕੋਈ ਲੰਮਾ ਪਿੰਡਾ ਕਰਕੇ ਜਾਂਦਾ ਹੈ, ਕੋਈ ਵੱਡੇ ਪਿੰਡਿਆਂ ਕਰਕੇ ਜਾਂਦਾ ਹੈ। ਭਾਵਨਾ ਸਾਰਿਆਂ ਦੀ ਉਸ ਘਰ 'ਚ ਪਹੁੰਚ ਜਾਂਦੀ ਹੈ। ਤੇ ਕਈ ਗਲਤ ਘਰ ਤੇ ਕਈ ਰਸਤੇ ਤੇ ਤੁਰ ਪੈਂਦੇ ਨੇ, ਉਹ ਪਹੁੰਚ ਵੀ ਨਹੀਂ ਸਕਦੇ। ਉਹਨਾਂ ਦਾ ਰਸਤਾ ਹੀ ਗਲਤ ਹੁੰਦਾ ਹੈ। ਬਸ ਉਹ ਲੋਕਾਚਾਰੀ, ਦੁਨੀਆਦਾਰੀ ਇਹਦੇ ਵਿੱਚ ਹੀ ਰਹਿ ਜਾਂਦੇ ਨੇ, ਉੱਥੇ ਪਹੁੰਚ ਵੀ ਨਹੀਂ ਸਕਦੇ। ਗੁਰੂ ਸਾਹਿਬ ਕਹਿੰਦੇ, ਮਾਲਕਾ ਤੇਰਾ ਕਿਆ, ਤੇਰੀ ਕਿੰਨੀ ਸਿਫਤ ਕਰਾਂ, ਤੂੰ ਕਿਹੋ ਜਿਹਾ ਵੱਡਾ ਵਿਸ਼ਾਲ ਹੈ, ਕਿਉਂਕਿ ਤੂੰ ਆਪ ਜੈਸਾ ਆਪ ਹੀ ਹੈ, ਤੇਰੇ ਵਰਗਾ ਹੋਰ ਹੈ ਹੀ ਕੋਈ ਨਹੀਂ। ਸਦਾ ਕਾਇਮ ਰਹਿਣ ਵਾਲਾ, ਅਟਲ ਹੈ। ਜਗਤ ਵਿੱਚ ਕੋਈ ਐਸਾ ਹੈ ਹੀ ਨਹੀਂ ਜੋ ਇਹ ਕਹਿ ਦਵੇ ਕਿ ਪਰਮਾਤਮਾ ਇਸ ਸਥਾਨ ਤੇ ਬੈਠ ਕੇ ਉਹਦੀ ਸੰਭਾਲ ਕਰਦਾ ਹੈ। ਕਹਿੰਦੇ ਇਹੋ ਜਿਹਾ ਹੈ ਹੀ ਨਹੀਂ। ਜਿਹੜਾ ਤੇਰੇ ਘਰ 'ਚ ਪਹੁੰਚਦਾ ਹੈ, ਬਸ ਉਹ ਤੇਰਾ ਹੀ ਹੋ ਜਾਂਦਾ ਹੈ। ਬਿਆਨ ਹੀ ਨਹੀਂ ਕਰ ਸਕਦਾ, ਦੱਸ ਹੀ ਨਹੀਂ ਸਕਦਾ। ਉਹ ਤਾਂ ਵਿਸਮਾਦੀ ਹੈ, ਉਹ ਤਾਂ ਆਨੰਦ ਰੂਪ ਹੈ, ਉਹ ਗੁੰਗੇ ਕੀ ਮਠਿਆਈ ਵਰਗਾ ਸਾਰ ਹੈ। ਪਰ ਇਹ ਗੱਲ ਪੱਕੀ ਹੈ ਵੀ ਕਿਸੇ ਮਨੁੱਖ ਦੀ ਐਸੀ ਪਾਇਆ ਹੀ ਨਹੀਂ ਹੈ ਕਿ ਤੇਰੀਆਂ ਸਿਫਤਾਂ, ਤੇਰੀਆਂ ਵਡਿਆਈਆਂ ਨੂੰ ਬਿਆਨ ਕਰ ਸਕੇ। ਬਸ ਇੱਕੋ ਹੀ ਗੱਲ ਸਾਨੂੰ ਕਹਿਣੀ ਬਣਦੀ ਹੈ, ਉਹ ਗੱਲ ਹੈ ਪ੍ਰਭੂ ਦੀ ਰਜ਼ਾ, ਪਰਮੇਸ਼ਰ ਦੀ ਰਜ਼ਾ ਵਿੱਚ ਰਹਿਣਾ। ਬਸ ਇਹੀ ਵਸੀਲਾ ਹੈ ਪਰਮਾਤਮਾ ਨਾਲੋਂ ਜੀਵ ਦੀ ਵਿੱਥ ਮਿਟਾਉਣ ਦਾ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਇਹੀ ਗੱਲ ਬਣਦੀ ਹੈ। ਇਹ ਹਵਾ, ਇਹ ਪਾਣੀ, ਇਹ ਤੱਤ, ਇਹ ਉੱਚੇ ਜੀਵਨ ਵਾਲੇ ਜਿਹੜੇ ਆਪਣੇ ਆਪ ਨੂੰ ਮਹਾਂਪੁਰਖ ਲੋਕ, ਜਿਨ੍ਹਾਂ ਨੂੰ ਲੋਕ ਕਹਿੰਦੇ ਨੇ, ਇਹ ਸਭ ਆਪਣੀ ਹੋਂਦ ਨੂੰ ਉਦੋਂ ਹੀ ਸਫਲ ਕਰਦੇ ਨੇ ਜਦੋਂ ਤੇਰੇ ਵਿੱਚ ਜੁੜਦੇ ਹਨ। ਭਾਵ ਤੇਰੇ ਹੁਕਮ 'ਚ ਹੀ ਇਹ ਕਾਰ ਕਰਾਉਂਦੇ ਨੇ।
ਜਦੋਂ ਤੇਰੇ ਹੁਕਮ ਤੋਂ ਬਾਹਰ ਹੋ ਜਾਂਦੇ ਨੇ। ਆਏ ਸੀਗੇ, ਲਿੰਕ ਟੁੱਟ ਗਿਆ, ਪਹਿਲੇ ਆਏ ਸੀ। ਗੁਰੂ ਸਾਹਿਬ ਜੀ ਨੇ ਜੋ ਕੱਲ ਦੀ ਪੌੜੀ ਦਾ ਮਤਲਬ ਸਾਡੇ ਸਾਹਮਣੇ ਦੱਸਿਆ ਉਹ ਇਹੋ ਹੀ ਸੀ ਕਿ ਅਸੀਂ ਉਹਦੀ ਹੁਕਮ ਰਜ਼ਾਈ ਤੇ ਬਣ ਕੇ ਜੀਵਨ ਦੀ ਯਾਤਰਾ ਕਰੀਏ। ਵੀਰ ਪ੍ਰਭ ਕੀਰਤਨ ਸਿੰਘ ਜੀ ਸਾਡੇ ਅੱਜ ਅਗਲੀਆਂ ਪੌੜੀਆਂ ਦਾ ਵਿਚਾਰ ਕਰਨਗੇ। ਮੈਂ ਉਹਨੂੰ ਬੇਨਤੀ ਕਰ ਰਿਹਾ ਹਾਂ ਕਿ ਉਹ ਵਿਚਾਰ ਹਮ ਕਰਨ। ਵੀਰ ਪ੍ਰਭ ਕੀਰਤਨ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪਾਂ ਸਾਰੇ ਰਲ ਮਿਲ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋ ਸਾਡੇ ਜੀਵਨ ਦੀ ਪ੍ਰਮੁੱਖ ਬਾਣੀ ਹੈ, ਸਿੱਖੀ ਜੀਵਨ ਦੀ, ਜਿਸ ਦਾ ਨਾਮ ਜਪ ਹੈ, ਜਿਹਨੂੰ ਅਸੀਂ ਸਤਿਕਾਰ ਦੇ ਨਾਲ ਸਾਰੇ ਜਪ ਜੀ ਕਹਿੰਦੇ ਹਾਂ, ਉਸ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਵੇਂ ਕਿ ਆਪ ਸਾਰੇ ਜਾਣਦੇ ਹੋ ਕਿ ਇਹ ਬੜੀ ਬਰੀਫ ਔਰ ਸੰਖੇਪ ਰੂਪ ਦੇ ਵਿੱਚ ਉਚਾਰੀ ਹੋਈ ਬਾਣੀ ਹੈ, ਜਿਹਦੇ ਵਿੱਚ ਸਤਿਗੁਰਾਂ ਨੇ ਇਸ਼ਾਰੇ ਹੀ ਕੀਤੇ ਹਨ, ਪਰ ਭਾਵ ਇਹਦੇ ਵਿੱਚ ਬਹੁਤ ਡੂੰਘੇ ਹੁੰਦੇ ਹਨ। ਇਹ ਆਪਾਂ ਸਾਰੇ ਰਲ ਮਿਲ ਕੇ ਇੱਕ ਦੂਜੇ ਦੀ ਮਦਦ ਕਰਕੇ ਹੀ ਇਹਦੀ ਤਹਿ ਤੱਕ ਪਹੁੰਚ ਸਕਦੇ ਹਾਂ, ਸਮਝ ਸਕਦੇ ਹਾਂ, ਤੇ ਸਮਝਣ ਤੋਂ ਬਾਅਦ ਹੀ ਆਪਾਂ ਆਪਣੇ ਜੀਵਨ ਦੇ ਵਿੱਚ ਇਹਨੂੰ ਢਾਲ ਸਕਦੇ ਹਾਂ। ਅੱਜ ਜੋ ਦੋ ਪੌੜੀਆਂ ਦੀ ਵਿਚਾਰ ਆਪਾਂ ਕਰਨੀ ਹੈ, ਆਓ ਸਭ ਤੋਂ ਪਹਿਲਾਂ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਦੋਵਾਂ ਪੌੜੀਆਂ ਦਾ ਆਪਾਂ ਪਾਠ ਕਰ ਲਈਏ ਜੀ। ਛੋਟੀਆਂ ਛੋਟੀਆਂ ਪੌੜੀਆਂ ਹਨ। ਮੁੰਦਾ ਸੰਤੋਖ, ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੈ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕ ਹੋਵੇ, ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੈ ਨਾਦ, ਆਪ ਨਾਥ ਨਾਥੀ ਸਭ ਜਾਤੀ, ਰਿੱਧ ਸਿੱਧ ਅਵਰਾ ਸਾਥ, ਸੰਜੋਗ ਵਿਜੋਗ ਦੋਇ ਕਾਰ ਚਲਾਵੈ, ਲਿਖੇ ਆਵੈ ਭਾਸ਼, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕ ਹੋਵੇ। ਇਹ ਦੋਨੋਂ ਪੌੜੀਆਂ ਜਿਨ੍ਹਾਂ ਦਾ ਆਪ ਜੀ ਨੇ ਪਾਠ ਸੁਣਿਆ ਹੈ, ਇਹ ਦੋਨੋਂ ਪੌੜੀਆਂ ਦੀ ਸ਼ਬਦਾਵਲੀ ਤੋਂ ਜੋ ਸਤਿਗੁਰੂ ਜੀ ਨੇ ਦਲੀਲਾਂ ਦਿੱਤੀਆਂ ਹਨ, ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹੜੇ ਕਨਸੈਪਟਸ ਉਹਨਾਂ ਨੇ ਲਏ ਹਨ ਇਹਦੇ ਵਿੱਚ, ਉਹਨਾਂ ਤੋਂ ਇਹ ਗੱਲ ਆਪਾਂ ਸਾਰੇ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਦੋਨੋਂ ਪੌੜੀਆਂ ਕੋਈ ਯੋਗ ਮਤ ਦੇ ਅਨੁਆਈਆਂ ਦੇ ਪ੍ਰਤੀ ਉਚਾਰੀਆਂ ਗਈਆਂ। ਜਿਵੇਂ ਅਸੀਂ ਸਾਰੇ ਜਾਣਦੇ ਹਾਂ, ਸਤਿਗੁਰੂ ਜੀ ਆਪਣੀਆਂ ਪ੍ਰਚਾਰ ਫੇਰੀਆਂ ਦੇ ਦੌਰਾਨ ਵੱਖੋ ਵੱਖਰੇ ਧਾਰਮਿਕ ਸਥਾਨਾਂ ਤੇ ਜਾਂਦੇ ਸਨ। ਉੱਥੋਂ ਦੇ ਜੋ ਪ੍ਰਮੁੱਖ ਪ੍ਰਚਾਰਕ ਹੁੰਦੇ ਸਨ, ਵਿਚਾਰਵਾਨ ਹੁੰਦੇ ਸਨ, ਉਹਨਾਂ ਸਾਰਿਆਂ ਦੇ ਨਾਲ ਬੈਠ ਕੇ ਵਿਚਾਰਾਂ ਕਰਦੇ ਸਨ, ਤੇ ਜੋ ਉਹਨਾਂ ਦੀ ਡਿਊਟੀ ਅਕਾਲ ਪੁਰਖ ਵੱਲੋਂ ਲਗਾਈ ਗਈ ਸੀ
ਕਿ ਅਕਾਲ ਪੁਰਖ ਨਾਲ ਜੁੜਨ ਲਈ ਜੋ ਗੁਰਮਤਿ ਦੀ ਦਾਤ ਅਕਾਲ ਪੁਰਖ ਵੱਲੋਂ ਸਤਿਗੁਰੂ ਜੀ ਨੂੰ ਬਖਸ਼ੀ ਗਈ ਸੀ, ਉਹ ਗੁਰਮਤਿ ਦੇ ਸਿਧਾਂਤ ਉਹਨਾਂ ਨਾਲ ਬੈਠ ਕੇ ਡਿਸਕਸ ਕਰਦੇ ਸਨ ਤੇ ਉਹਨਾਂ ਦੇ ਵਿਚਾਰਾਂ ਨੂੰ ਜਾਣਦੇ ਸਨ ਤੇ ਫਿਰ ਆਪਣੀ ਗੱਲ ਨੂੰ ਉਹਨਾਂ ਦੇ ਸਾਹਮਣੇ ਰੱਖਦੇ ਸਨ ਕਿ ਕਿਸੇ ਧਰਮ ਦੇ ਰਸਤੇ ਉੱਤੇ, ਆਤਮਿਕ ਰਸਤੇ ਉੱਤੇ ਚੱਲਣ ਵਾਲੇ ਮਨੁੱਖ ਦਾ ਸਹੀ ਰਸਤਾ ਕੀ ਹੋਣਾ ਚਾਹੀਦਾ ਹੈ। ਇਹਨਾਂ ਤੋਂ ਪੌੜੀਆਂ ਤੋਂ ਇਹ ਗੱਲ ਅਸੀਂ ਕਹਿ ਸਕਦੇ ਹਾਂ ਕਿ ਇਹ ਜ਼ਰੂਰ ਸਤਿਗੁਰੂ ਜੀ ਨੇ ਕੋਈ ਐਸੇ ਹੀ ਵਿਚਾਰਵਾਨਾਂ ਦੇ ਨਾਲ ਜੋ ਉਹਨਾਂ ਦੀ ਗੋਸ਼ਟੀ, ਚਰਚਾ ਜਾਂ ਵਿਚਾਰਾਂ ਹੋਈਆਂ, ਉਹਨਾਂ ਦੇ ਵਿੱਚ ਜੋ ਉਹਨਾਂ ਦੀ ਚਰਚਾ ਹੋਈ ਹੋਵੇਗੀ, ਜੋ ਵਿਚਾਰਾਂ ਦਾ ਆਦਾਨ ਪ੍ਰਦਾਨ ਹੋਇਆ ਹੋਵੇਗਾ, ਉਹਨਾਂ ਨੂੰ ਹੀ ਕਲਮਬੰਦ ਕੀਤਾ। ਸਤਿਗੁਰੂ ਜੀ ਜਦੋਂ ਵੀ ਕਿਸੇ ਦੂਜੇ ਧਰਮ ਦੇ ਜਿਹੜੇ ਫਾਲੋਅਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਨ ਤੇ ਉਹਨਾਂ ਨੂੰ ਕਦੀ ਇਹ ਨਹੀਂ ਸੀ ਕਹਿੰਦੇ ਕਿ ਤੁਸੀਂ ਆਪਣਾ ਧਰਮ ਛੱਡੋ ਤੇ ਮੇਰਾ ਜੋ ਧਰਮ ਹੈ, ਮੇਰਾ ਵਿਚਾਰ ਹੈ ਜਾਂ ਜੋ ਮਤ ਅਸੀਂ ਦੇ ਰਹੇ ਹਾਂ ਉਹਨੂੰ ਗ੍ਰਹਿਣ ਕਰੋ। ਬਲਕਿ ਉਹਨਾਂ ਦਾ ਹਮੇਸ਼ਾ ਅਪਰੋਚ ਇਹੀ ਹੁੰਦੀ ਸੀ ਕਿ ਤੁਸੀਂ ਕਿਸੇ ਵੀ ਮਤ ਦੇ ਵਿੱਚ ਰਹੋ, ਲੇਕਿਨ ਜਿਹੜੇ ਬੇਸਿਕ ਪ੍ਰਿੰਸੀਪਲਸ ਨੇ ਇੱਕ ਧਾਰਮਿਕ ਪੁਰਖ ਦੇ ਜੀਵਨ ਦੇ, ਉਹਨਾਂ ਦੇ ਉੱਤੇ ਚੱਲਣਾ ਸ਼ੁਰੂ ਕਰੋ। ਜਿਹੜੇ ਦੂਜੇ ਮਤਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਸੀ ਕਿ ਕੁਝ ਭੁਲੇਖੇ ਪੈ ਗਏ ਹਨ, ਉਹਨਾਂ ਭੁਲੇਖਿਆਂ ਦਾ ਨਿਵਾਰਨ ਕਰਕੇ ਸਤਿਗੁਰੂ ਜੀ ਕਹਿੰਦੇ ਸਨ ਕਿ ਤੁਸੀਂ ਜਿਹੜੇ ਰੀਅਲ ਇਸ਼ੂਜ਼ ਨੇ ਉੱਥੇ ਆਓ ਤੇ ਉਹਨਾਂ ਦੇ ਮੁਤਾਬਕ ਆਪਣਾ ਜੀਵਨ ਬਣਾਓ। ਤੋ ਇੱਥੇ ਵੀ ਸਤਿਗੁਰੂ ਜੀ ਆਪਣੀ ਉਸੇ ਅਪਰੋਚ ਦੇ ਮੁਤਾਬਕ ਹੀ ਗੱਲ ਕਰ ਰਹੇ ਹਨ। ਤੋ ਇਹਨਾਂ ਦੇ ਵਿੱਚ ਬਹੁਤ ਸਾਰੇ ਕਨਸੈਪਟ ਆਏ ਹਨ ਜਿਹੜੇ ਯੋਗ ਧਰਮ ਦੇ ਵੀ ਹਨ, ਯੋਗ ਮਤ ਦੇ ਵੀ ਹਨ, ਤੇ ਸਤਿਗੁਰਾਂ ਨੇ ਉਹਨਾਂ ਦੇ ਵਾਸਤੇ ਆਪਣੇ ਵਿਚਾਰ ਦਿੱਤੇ ਹਨ ਜਿਹੜੇ ਕੁਦਰਤੀ ਗੱਲ ਹੈ ਕਿ ਉਹ ਗੁਰਮਤਿ ਦੇ ਸਿਧਾਂਤਾਂ ਉੱਤੇ ਆਧਾਰਿਤ ਹਨ। ਤੋਂ ਪਹਿਲਾਂ ਆਪਾਂ ਦੋਵਾਂ ਪੌੜੀਆਂ ਦੀ ਇੱਕ ਵੇਰਾ ਅਰਥਾਂ ਦੇ ਵਿਚਾਰ ਕਰਕੇ ਫਿਰ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਕਨਸੈਪਟਸ ਦੇ ਬਾਰੇ ਵੀ ਥੋੜਾ ਜਿਹਾ ਆਪਾਂ ਵਿਚਾਰ ਕਰ ਲਈਏ, ਕਿਉਂਕਿ ਜਦੋਂ ਅਸੀਂ ਬਾਣੀ ਦੇ ਅਰਥ ਕਰ ਰਹੇ ਹਾਂ ਤੇ ਇੱਕ ਇੱਕ ਕਨਸੈਪਟ ਭਾਵੇਂ ਬੜਾ ਵੱਡਾ ਹੋਵੇ, ਅਸੀਂ ਕੇਵਲ ਟੂਕ ਮਾਤਰ ਹੀ ਉਹਦੇ ਬਾਰੇ ਗੱਲ ਕਰਾਂਗੇ ਅੱਜ। ਤੋ ਆਓ ਪਹਿਲਾਂ ਅਰਥ ਕਰ ਲਈਏ। ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੈ ਵਿਭੂਤ। ਮੁੰਦਰਾ ਯੋਗੀਆਂ ਦੇ ਇੱਕ ਫਿਰਕੇ ਜਿਨ੍ਹਾਂ ਨੂੰ ਕੰਨ ਫਟੇ ਯੋਗੀ ਜਾਂ ਨਾਥ ਯੋਗੀ ਕਿਹਾ ਜਾਂਦਾ ਹੈ, ਜਿਹੜਾ ਕਿ ਉਸ ਵੇਲੇ ਪੰਜਾਬ ਦੇ ਵਿੱਚ ਕਾਫੀ ਸਰਗਰਮ ਸੀ। ਗੁਰੂ ਸਾਹਿਬ ਦੀਆਂ ਉਹਨਾਂ ਨਾਲ ਚਰਚਾਵਾਂ ਇੱਕ ਤੋਂ ਵੱਧ ਵਾਰ ਹੋਈਆਂ। ਉਹਨਾਂ ਦੇ ਜਦੋਂ ਕਿਸੇ ਚੇਲੇ ਨੂੰ ਇਨੀਸ਼ੀਏਟ ਕੀਤਾ ਜਾਂਦਾ ਸੀ, ਜਦੋਂ ਉਹਦੀ ਸਿੱਖਿਆ ਸੰਪੂਰਨ ਹੋ ਜਾਂਦੀ ਸੀ ਤਾਂ ਉਹਨੂੰ ਫਾਰਮਲੀ ਆਪਣੇ ਧਰਮ ਦੇ ਵਿੱਚ ਪ੍ਰਵੇਸ਼ ਕਰਾਇਆ ਜਾਂਦਾ ਸੀ। ਤਾਂ ਉਹਦੇ ਕੰਨ ਦੇ ਵਿੱਚ ਇੱਕ ਵੱਡੀ ਮੋਰੀ ਕਰਕੇ, ਜਿਹੜੇ ਕੰਨ ਦੇ ਥੋੜ੍ਹੇ ਜਿਹੇ ਉੱਪਰਲੇ ਹਿੱਸੇ 'ਚ ਕਾਰਟਿਲੇਜ ਹੁੰਦੀ ਆ, ਉੱਥੇ ਕੰਨ ਨੂੰ ਫੜਿਆ ਜਾਂਦਾ ਸੀ ਤੇ ਜਿਹੜਾ ਗੁਰੂ ਸੀ ਉਹਦੇ ਵਿੱਚ ਇੱਕ ਮੁੰਦਰ ਪਾਉਂਦਾ ਸੀ। ਤਾਂ ਦੋਵਾਂ ਕੰਨਾਂ ਵਿੱਚ ਮੁੰਦਰਾਂ ਪਾਈਆਂ ਜਾਂਦੀਆਂ ਸਨ, ਜਿਹੜੀਆਂ ਕਿ ਵੱਖੋ ਵੱਖ ਮਟੀਰੀਅਲਸ ਦੀਆਂ ਬਣੀਆਂ ਹੁੰਦੀਆਂ ਸਨ। ਤੋ ਉਹ ਸਤਿਗੁਰੂ ਜੀ ਨੇ ਇੱਥੇ ਆਬਵੀਅਸ ਹੈ ਕਿ ਉਹਨਾਂ ਯੋਗੀਆਂ ਨਾਲ ਹੀ ਗੱਲ ਕਰ ਰਹੇ ਹਨ, ਨਾਥ ਯੋਗੀਆਂ ਨਾਲ, ਜਿਨ੍ਹਾਂ ਦਾ ਇੱਕ ਮੁੱਖ ਜੋ ਚਿੰਨ੍ਹ ਸੀ ਉਹ ਮੁੰਦਰਾਂ ਸੀ। ਇੰਨਾ ਪ੍ਰਮੁੱਖ ਸੀ ਕਿ ਉਹਨਾਂ ਨੂੰ ਕੰਨ ਫਟੇ ਯੋਗੀ ਕਹਿ ਕੇ ਵੀ ਪੁਕਾਰਿਆ ਜਾਂਦਾ ਸੀ ਤੇ ਹੁਣ ਵੀ ਪੁਕਾਰਿਆ ਜਾਂਦਾ ਹੈ। ਅਕਸਰ ਇਹਨਾਂ ਦੇ ਨਾਵਾਂ ਦੇ ਪਿੱਛੇ ਨਾਥ ਲੱਗਦਾ ਹੈ। ਤੋ ਮੁੰਦਾ ਸੰਤੋਖ, ਉਹ ਮੁੰਦਰਾਂ ਦੀ ਗੱਲ ਸਤਿਗੁਰੂ ਜੀ ਨੇ ਕੀਤੀ ਵੀ ਤੂੰ ਮੁੰਦਰਾਂ ਕੰਨਾਂ ਵਿੱਚ ਪਾਈਆਂ ਨੇ ਭਾਈ, ਜੇ ਤੂੰ ਇਹਨਾਂ ਹੱਡੀਆਂ ਦੀਆਂ ਜਾਂ ਸਿੰਘਾਂ ਦੀਆਂ ਜਾਂ ਕਿਸੇ ਮੈਟਲ ਜਾਂ ਲੱਕੜ ਦੀਆਂ ਜਿਹੜੀਆਂ ਮੁੰਦਰਾਂ ਨੇ ਉਹਨਾਂ ਦੀ ਥਾਂ ਦੇ ਉੱਤੇ ਤੂੰ ਸੰਤੋਖ ਨੂੰ ਮੁੰਦਰਾਂ ਬਣਾ ਕੇ ਧਾਰਨ ਕਰ ਲਵੇਂ, ਭਾਵ ਆਪਣੇ ਜੀਵਨ ਦਾ ਹਿੱਸਾ ਬਣਾ ਲਵੇਂ। ਸ਼ਰਮ ਪਤ ਝੋਲੀ, ਪਤ ਦਾ ਮਤਲਬ ਹੈ ਪਾਤਰ। ਜਿਹੜੇ ਪਾਤਰ ਦੇ ਵਿੱਚ, ਜਿਹੜੇ ਭਾਂਡੇ ਦੇ ਵਿੱਚ ਉਹ ਭਿੱਖਿਆ ਮੰਗਦੇ ਹਨ ਜੋਗੀ, ਉਹ ਭਿੱਖਿਆ ਮੰਗਦੇ ਹਨ। ਪਹਿਲਾਂ ਇਹ ਖੱਪਰ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਹਨੂੰ ਸਤਿਗੁਰੂ ਜੀ ਨੇ ਪਾਤਰ ਤੋਂ ਪਤ ਲਫ਼ਜ਼ ਬਣਿਆ ਹੈ। ਤਾਂ ਉਹ ਪਾਤਰ, ਉਹ ਖੱਪਰ ਜਿਹਦੇ ਵਿੱਚ ਉਹ ਭਿੱਖਿਆ ਮੰਗਦੇ ਹਨ, ਤੇ ਜਦੋਂ ਉਹਦੇ ਵਿੱਚ ਭਿੱਖਿਆ ਪੂਰੀ ਹੋ ਜਾਂਦੀ ਹੈ, ਜਿੰਨੀ ਜੋਗੀ ਨੇ ਇਕੱਠੀ ਕਰਨੀ ਹੁੰਦੀ ਹੈ, ਤਾਂ ਉਹਨੂੰ ਉਹ ਇੱਕ ਗਲੇ ਵਿੱਚ ਥੈਲਾ ਪਾਇਆ ਹੁੰਦਾ ਜਿਹਨੂੰ ਝੋਲੀ ਕਿਹਾ ਜਾਂਦਾ, ਤਾਂ ਉਹਦੇ ਵਿੱਚ ਪਾ ਲੈਂਦੇ ਹਨ ਤਾਂ ਕਿ ਉਹਨੂੰ ਆਪਣੀ ਲੋੜ ਦੇ ਮੁਤਾਬਕ ਜਿਸ ਵੇਲੇ ਚਾਹਣ ਉਹਨੂੰ ਖਾ ਸਕਣ, ਭੋਜਨ ਆਪਣਾ ਕਰ ਸਕਣ।
तो सतਿਗੁਰੂ जी ਕਹਿੰਦੇ ਹਨ ਕਿ ਤੂੰ ਉਹ ਜੋ ਖੱਪਰ ਲੈ ਕੇ ਝੋਲੀ ਦੇ ਵਿੱਚ ਸਮਾਨ ਇਕੱਠਾ ਕਰ ਰਿਹਾ ਹੈ, ਇਹਦੀ ਥਾਂ ਦੇ ਉੱਤੇ ਜੇ ਤੂੰ ਸ਼ਰਮ ਨੂੰ ਭਾਵ ਮਿਹਨਤ ਨੂੰ ਆਪਣੀ ਪੱਤ ਤੇ ਝੋਲੀ ਬਣਾ ਲਵੇਂ, ਭਾਵ ਜਿਹੜੇ ਮੰਗਣ ਦੇ ਸਾਧਨ ਹਨ ਸਤਿਗੁਰੂ ਜੀ ਨੇ ਉਹਨਾਂ ਦੀ ਥਾਂ ਤੇ ਉਹਨੂੰ ਉਦਮ ਨੂੰ ਔਰ ਮਿਹਨਤ ਨੂੰ ਧਾਰਨ ਕਰਨ ਦੀ ਪ੍ਰੇਰਨਾ ਦਿੱਤੀ ਹੈ। ਤੇ ਧਿਆਨ ਕੀ ਕਰੈ ਵਿਭੂਤ। ਵਿਭੂਤ ਦਾ ਇੱਕ ਅਰਥ ਹੈ ਜੋ ਪਵਿੱਤਰ ਤਰੀਕੇ ਨਾਲ ਜਿਹੜੇ ਸ਼ੈਵ ਲੋਕ ਨੇ, ਖਾਸ ਕਰਕੇ ਭਾਰਤ ਦੇ ਦੱਖਣ ਦੇ ਵਿੱਚ, ਉਹ ਉਹਦੀ ਵਿਭੂਤੀ ਬਣਾਉਂਦੇ ਹਨ। ਉਹ ਜਦੋਂ ਅਗਨੀ ਬਾਲਦੇ ਹਨ ਪੂਜਾ ਦੇ ਵਾਸਤੇ ਜਾਂ ਕਿਸੇ ਖਾਸ ਵਿਧੀ ਦੇ ਮੁਤਾਬਕ, ਤਾਂ ਜਿਹੜੀ ਸੁਆਹ ਪੈਦਾ ਹੁੰਦੀ ਹੈ ਉਹ ਪਵਿੱਤਰ ਜਿਹੜਾ ਮਟੀਰੀਅਲ ਉਹ ਮੰਨਦੇ ਹਨ, ਚਾਹੇ ਉਹ ਗਾਂ ਦਾ ਗੋਹਾ ਹੋਵੇ ਜਾਂ ਕੁਝ ਖਾਸ ਕਿਸਮ ਦੀਆਂ ਲੱਕੜਾਂ ਆਦਿਕ ਹੋਣ, ਤਾਂ ਜਿਹੜੀ ਸੁਆਹ ਹੁੰਦੀ ਹੈ ਤਾਂ ਉਹਨੂੰ ਵਿਭੂਤ ਕਿਹਾ ਜਾਂਦਾ ਹੈ। ਤੇ ਉਸ ਵਿਭੂਤ ਨੂੰ ਉਹ ਸਰੀਰ ਦੇ ਉੱਤੇ ਮਲਣਾ ਬੜਾ ਪਵਿੱਤਰ ਮੰਨਦੇ ਹਨ। ਬਹੁਤ ਸਾਰੇ ਜੋ ਸਾਡੇ ਭਾਰਤ ਦੇ ਦੱਖਣ ਵਾਲੇ ਹਿੱਸੇ ਦੇ ਲੋਕ ਤਾਂ ਮੱਥੇ ਦੇ ਉੱਤੇ ਵੀ 3 ਲਾਈਨਾਂ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਚਿੰਨ੍ਹ ਬਣਾ ਕੇ, ਖਾਸ ਕਰਕੇ ਸ਼ੈਵ ਮੱਤ ਦੇ ਲੋਕ, ਜਿਹੜੇ ਸ਼ੈਵ ਲੋਕ ਹਨ, ਉਹਨਾਂ ਦਾ ਸੰਬੰਧ ਯੋਗ ਨਾਲ ਵੀ ਹੈ, ਕਿਉਂਕਿ ਯੋਗ ਨੂੰ ਵੀ ਸ਼ਿਵ ਤੋਂ ਹੀ ਉਤਪੰਨ ਹੋਇਆ ਮੰਨਿਆ ਜਾਂਦਾ ਹੈ। ਤਾਂ ਇਹਨਾਂ ਵਿੱਚ ਵੀ ਸਰੀਰ ਉੱਤੇ ਵਿਭੂਤੀ ਮਲਣ ਦੀ ਯੋਗੀਆਂ ਦੇ ਵਿੱਚ ਇਹ ਰਵਾਇਤ ਹੈ। ਬਲਕਿ ਇਹ ਤਾਂ ਉਹਨਾਂ ਨਾਲੋਂ ਵੀ ਜ਼ਿਆਦਾ ਵਿਭੂਤੀ ਪੂਰੇ ਸਰੀਰ ਉੱਤੇ ਹੀ ਮਲ ਲੈਂਦੇ ਹਨ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਜਿਹੜੀ ਸੁਆਹ, ਜਿਹੜੀ ਵਿਭੂਤੀ ਤੂੰ ਸਰੀਰ ਉੱਤੇ ਮਲ ਰਿਹਾ ਹੈ, ਉਹਦੀ ਥਾਂ ਦੇ ਉੱਤੇ ਤੂੰ ਧਿਆਨ ਨੂੰ ਕਰ, ਧਿਆਨ ਨੂੰ ਵਿਭੂਤੀ ਬਣਾ। ਤੇ ਧਿਆਨ ਵੀ ਕਿਹੜਾ? ਸਤਿਗੁਰੂ ਜੀ ਕਹਿੰਦੇ ਹਨ ਉਸ ਕਰਤੇ ਅਕਾਲ ਪੁਰਖ ਵੱਲ ਜੇ ਤੇਰੀ ਸੁਰਤੀ ਲੱਗੇ, ਤੇਰਾ ਧਿਆਨ ਲੱਗੇ, ਉਹਨੂੰ ਆਪਣੀ ਵਿਭੂਤੀ ਬਣਾ, ਉਹਨੂੰ ਧਾਰਨ ਕਰ ਆਪਣੇ ਜੀਵਨ ਦੇ ਵਿੱਚ। ਤਾਂ ਸਤਿਗੁਰੂ ਕਹਿੰਦੇ ਹਨ ਖਿੰਥਾ ਕਾਲ। ਖਿੰਥਾ ਇੱਕ ਗੋਦੜੀ ਹੁੰਦੀ ਹੈ ਜੋ ਯੋਗ ਮਤ ਦੀ ਡਰੈਸ ਮੰਨੀ ਜਾਂਦੀ ਹੈ। ਤੋ ਸਤਿਗੁਰੂ ਜੀ ਕਹਿੰਦੇ ਹਨ ਤੂੰ ਉਹ ਧਾਰਨ ਕੀਤੀ ਹੋਈ ਹੈ, ਉਹਦੀ ਥਾਂ ਦੇ ਉੱਤੇ ਤੂੰ ਜੋ ਆਪਣੇ ਕਾਲ ਨੂੰ, ਕਾਲ ਭਾਵ ਸਮਾਂ, ਤੇ ਇੱਥੇ ਸਪੈਸੀਫਿਕਲੀ ਇਸ ਦਾ ਅਰਥ ਹੈ ਉਹ ਸਮਾਂ ਜਿਹੜਾ ਸਾਡੇ ਸਾਰਿਆਂ ਤੇ ਆਉਣਾ ਹੈ, ਜਿਹਨੂੰ ਅਸੀਂ ਮੌਤ ਕਹਿੰਦੇ ਹਾਂ, ਕਿ ਆਪਣੀ ਮੌਤ ਦੇ ਪ੍ਰਤੀ ਹਮੇਸ਼ਾ ਤੂੰ ਸੁਚੇਤ ਰਹਿ ਕਿ ਤੇਰਾ ਉਹ ਅੰਤ ਕਾਲ ਪਤਾ ਨਹੀਂ ਕਦੋਂ, ਕਿਸ ਵੇਲੇ, ਕਿੰਨਾ ਨੇੜੇ ਹੈ, ਕਦੋਂ ਆ ਜਾਣਾ ਹੈ। ਤਾਂ ਇਸੇ ਚੀਜ਼ ਨੂੰ ਹੀ ਤੂੰ ਆਪਣੀ ਗੋਦੜੀ ਬਣਾ। ਕੁਆਰੀ ਕਾਇਆ ਜੁਗਤ। ਯੋਗ ਮਤ ਦਰਅਸਲ ਦੇਖਿਆ ਜਾਵੇ ਤਾਂ ਜੁਗਤ ਦਾ ਹੀ ਨਾਮ ਹੈ। ਯੋਗ ਮਤ ਦੇ ਕਈ ਅੰਗ ਮੰਨੇ ਗਏ ਹਨ, ਇਹਨੂੰ ਅਸ਼ਟਾਂਗ ਯੋਗ ਵੀ ਕਿਹਾ ਜਾਂਦਾ ਹੈ। ਤਾਂ 8 ਹਿੱਸੇ ਜਿਹੜੇ ਹਨ ਉਹਨਾਂ ਦੇ ਵੀ ਅੱਗੋਂ 5-5, 7-7, 10-10 ਹਿੱਸੇ ਕੀਤੇ ਹੋਏ ਹਨ। ਤਾਂ ਹਰ ਚੀਜ਼ ਦੀ ਇੱਕ ਆਪਣੀ ਸਪੈਸੀਫਿਕ ਜੁਗਤੀ ਉਹਨਾਂ ਨੇ ਨੀਯਤ ਕੀਤੀ ਹੋਈ ਹੈ। ਤਾਂ ਜੇ ਦੇਖਿਆ ਜਾਵੇ ਤਾਂ ਯੋਗ ਮਤ ਆਪਣੇ ਜੋ ਉਹਨਾਂ ਨੇ ਟੀਚੇ ਮਿੱਥੇ ਹੁੰਦੇ ਹਨ, ਉਹਨਾਂ ਦੀ ਪ੍ਰਾਪਤੀ ਲਈ ਜੁਗਤਾਂ ਦਾ ਹੀ ਇੱਕ ਸਮੂਹ ਹੈ, ਟੈਕਨੀਕਸ ਦਾ ਹੀ ਇੱਕ ਸਮੂਹ ਹੁੰਦਾ ਹੈ। ਅਸੀਂ ਸਾਰੇ ਹੁਣ ਯੋਗ ਮਤ ਨਾਲ ਬਹੁਤ ਸਾਰੀ ਸਾਡੀ ਵਾਕਫੀਅਤ ਹੋ ਹੀ ਚੁੱਕੀ ਹੈ। ਇਹਦੇ ਵਿੱਚ ਆਸਨ, ਪ੍ਰਾਣਾਯਾਮ ਤੇ ਇਹ ਸਾਰੀਆਂ ਜੁਗਤੀਆਂ ਹੀ ਤਾਂ ਹਨ। ਤੇ ਉਹ ਜੁਗਤੀਆਂ ਦੀ ਗੱਲ ਸਤਿਗੁਰੂ ਕਹਿ ਰਹੇ ਹਨ ਕਿ ਇੰਨੀਆਂ ਜੁਗਤੀਆਂ ਤੂੰ ਕਰ ਰਿਹਾ ਹੈ, ਜਿਹਦੇ ਨਾਲ ਤੂੰ ਆਪਣੇ ਸਰੀਰ ਨੂੰ, ਮਨ ਨੂੰ, ਆਤਮਾ ਨੂੰ ਸਾਧਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਹਦੀ ਥਾਂ ਦੇ ਉੱਤੇ ਤੈਨੂੰ ਇੱਕੋ ਕੰਮ ਕਰਨ ਦੀ ਲੋੜ ਹੈ। ਕੁਆਰੀ ਕਾਇਆ, ਆਪਣੇ ਸਰੀਰ ਨੂੰ ਵਿਸ਼ੇ ਵਿਕਾਰਾਂ ਤੋਂ ਬਚਾ ਕੇ ਰੱਖ, ਭਾਵ ਤੇਰਾ ਜੀਵਨ ਪਵਿੱਤਰ ਹੋ ਰਿਹਾ ਹੈ। ਤੇ ਫਿਰ ਇਹਨਾਂ ਜੁਗਤੀਆਂ ਦੀ ਸ਼ਾਇਦ ਤੈਨੂੰ ਲੋੜ ਨਹੀਂ ਪਏਗੀ, ਕਿਉਂਕਿ ਜਦੋਂ ਸਾਡੇ ਜੀਵਨ ਦੇ ਵਿੱਚੋਂ ਵਿਕਾਰ ਤੇ ਪਾਪ ਨਿਕਲ ਜਾਣ ਤਾਂ ਫਿਰ ਬੰਦੇ ਦਾ ਜੀਵਨ ਪਵਿੱਤਰ ਹੋਣਾ ਸ਼ੁਰੂ ਹੋ ਜਾਵੇ, ਮਨ ਪਵਿੱਤਰ ਹੋਣਾ ਸ਼ੁਰੂ ਹੋ ਜਾਵੇ, ਆਤਮਾ ਪਵਿੱਤਰ ਹੋਣੀ ਸ਼ੁਰੂ ਹੋ ਜਾਵੇ, ਤਾਂ ਫਿਰ ਕਿਸੇ ਹੋਰ ਜੁਗਤੀ ਦੀ ਲੋੜ ਕਿੱਥੋਂ ਰਹਿ ਜਾਂਦੀ ਹੈ। ਡੰਡਾ ਪ੍ਰਤੀਕ। ਯੋਗੀਆਂ ਨੇ ਹੱਥ 'ਚ ਇੱਕ ਡੰਡਾ ਫੜਿਆ ਹੁੰਦਾ ਹੈ, ਜਿਹਨੂੰ ਕਈ ਵਾਰ ਉਹਨਾਂ ਨੇ ਕੁਝ ਅੱਗੇ ਬੰਨਿਆ ਵੀ ਹੁੰਦਾ ਹੈ ਤਾਂ ਕਿ ਆਵਾਜ਼ ਕਰੇ, ਔਰ ਜ਼ਮੀਨ ਉੱਤੇ ਖੜਕਾਉਂਦੇ ਹਨ। ਜਿਹੜਾ ਕਿਤੇ ਭਿੱਖਿਆ ਮੰਗਣ ਜਾਂਦੇ ਹਨ ਤਾਂ ਉਹ ਡੰਡਾ ਖੜਕਾ ਕੇ ਆਪਣੀ ਪ੍ਰੈਜ਼ੈਂਸ ਦੱਸਦੇ ਹਨ। ਰਸਤੇ ਤੁਰੇ ਜਾਂਦੇ ਹੋਣ, ਇਹ ਵੀ ਕਿਹਾ ਜਾਂਦਾ ਹੈ ਕਿ ਯੋਗੀਆਂ ਨੂੰ ਆਪਣੇ ਬਚਾਅ ਵਾਸਤੇ ਵੀ ਇਹਦੀ ਲੋੜ ਹੁੰਦੀ ਹੈ, ਕਿਉਂਕਿ ਜਿਸ ਕਿਸਮ ਦਾ ਉਹਨਾਂ ਨੇ ਭੇਖ ਬਣਾਇਆ ਹੁੰਦਾ ਹੈ ਤੇ ਉਹਨਾਂ ਨੂੰ ਇਹ ਖਤਰਾ ਵੀ ਰਹਿੰਦਾ ਹੈ ਕਿ ਕੁੱਤੇ ਜਾਂ ਹੋਰ ਜਾਨਵਰ ਜਿਹੜੇ ਪਿੱਛੇ ਪੈ ਜਾਂਦੇ ਹਨ, ਤਾਂ ਡੰਡਾ ਉਹਦੀ ਡਰੈਸ ਦਾ ਇੱਕ ਪੱਕਾ ਹਿੱਸਾ ਮੰਨਿਆ ਜਾਂਦਾ ਹੈ। ਤਾਂ ਸਤਿਗੁਰੂ ਜੀ ਕਹਿੰਦੇ ਹਨ ਇਹ ਡੰਡਾ ਚੁੱਕਣ ਦੀ ਥਾਂ ਦੇ ਉੱਤੇ
ਇਹ ਡੰਡਾ ਜਿਹਨੂੰ ਤੂੰ ਆਪਣਾ ਸਹਾਰਾ ਵੀ ਬਣਾ ਲੈਂਦਾ ਹੈ, ਆਪਣੀ ਰੱਖਿਆ ਦਾ ਸਾਧਨ ਵੀ ਬਣਾ ਲੈਂਦਾ ਹੈ, ਤੇ ਆਪਣੇ ਬਾਰੇ ਦੱਸਣ ਦਾ ਸਾਧਨ ਵੀ ਬਣਾ ਲੈਂਦਾ ਹੈ, ਇਹ ਸਾਰੇ ਕੰਮ ਤੂੰ ਇੱਕੋ ਹੀ ਚੀਜ਼ ਤੋਂ ਲੈ, ਪ੍ਰਤੀਤ ਤੋਂ। ਪ੍ਰਤੀਤ ਭਾਵ ਸ਼ਰਧਾ, ਯਕੀਨ ਉਸ ਅਕਾਲ ਪੁਰਖ ਵੱਲ। ਪ੍ਰਤੀਤ ਨੂੰ ਜੇ ਅਸੀਂ ਥੋੜਾ ਜਿਹਾ ਹੋਰ ਵਿਸਥਾਰ ਵਿੱਚ ਦੇਖੀਏ ਤਾਂ ਪ੍ਰਤੀਤ ਉਹ ਅਵਸਥਾ ਬਣ ਜਾਂਦੀ ਹੈ ਕਿ ਜਦੋਂ ਅਸੀਂ ਅਕਾਲ ਪੁਰਖ ਦੇ ਵਿੱਚ ਇੰਨੀ ਕੋਈ ਸ਼ਰਧਾ ਤੇ ਯਕੀਨ ਰੱਖਦੇ ਹਾਂ, ਉਹਨੂੰ ਹਾਜ਼ਰ ਹਜ਼ੂਰ ਮੰਨਦੇ ਹਾਂ, ਇਉਂ ਮੰਨ ਲਈਏ ਕਿ ਸਾਨੂੰ ਇਹ ਪ੍ਰਤੀਤੀ ਹੀ ਹੋ ਜਾਵੇ ਕਿ ਮੈਂ ਜਿੰਨਾ ਵੀ ਜੀਵਨ ਬਤੀਤ ਕਰ ਰਿਹਾ ਹਾਂ, ਇਹ ਅਕਾਲ ਪੁਰਖ ਦੀ ਹਾਜ਼ਰੀ ਦੇ ਵਿੱਚ, ਉਹਦੀ ਨਜ਼ਰ ਦੇ ਵਿੱਚ, ਉਹਦੀ ਸੁਪਰਵਿਜ਼ਨ ਦੇ ਵਿੱਚ ਇਹ ਜੀਵਨ ਬਤੀਤ ਕਰ ਰਿਹਾ, ਤਾਂ ਉਹ ਅਵਸਥਾ ਨੂੰ ਅਸੀਂ ਪ੍ਰਤੀਤ ਦੀ ਅਵਸਥਾ ਕਹਿੰਦੇ ਹਾਂ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਮੌਤ ਦੀ ਯਾਦ ਰੱਖ, ਉਹਦਾ ਭੈ ਰੱਖ ਮਨ ਦੇ ਵਿੱਚ ਕਿ ਵੀ ਤੈਨੂੰ ਇਹ ਜੀਵਨ ਛੋਟਾ ਹੈ। ਇਸ ਗੱਲ ਨੂੰ ਆਪਣੀ ਖਿੰਥਾ ਬਣਾ, ਗੋਦੜੀ ਬਣਾ। ਜੁਗਤ ਤੂੰ ਆਪਣੇ ਜੀਵਨ ਨੂੰ ਵਿਕਾਰਾਂ ਤੋਂ ਮੁਕਤ ਕਰਨ ਦੇ ਢੰਗ ਨੂੰ ਬਣਾ, ਤੇ ਡੰਡਾ ਤੂੰ ਆਪਣਾ ਉਹ ਬਣਾ ਕਿ ਜਿਹਦੇ ਨਾਲ ਤੈਨੂੰ ਅਕਾਲ ਪੁਰਖ ਦੇ ਉੱਤੇ ਪੂਰਨ ਸ਼ਰਧਾ ਅਤੇ ਯਕੀਨ ਔਰ ਉਹਦੇ ਹਾਜ਼ਰ ਹਜ਼ੂਰ ਹੋਣ ਦੇ ਵਿੱਚ ਭਰੋਸਾ ਬੰਨਿਆ ਜਾਵੇ। ਤਾਂ ਇਸ ਚੀਜ਼ ਨੂੰ ਡੰਡਾ ਬਣਾ। ਸਤਿਗੁਰੂ ਜੀ ਅੱਗੇ ਕਹਿੰਦੇ ਹਨ, ਆਈ ਪੰਥੀ ਸਗਲ ਜਮਾਤੀ। ਤਾਂ ਆਮ ਤੌਰ ਤੇ ਅਸੀਂ ਇਹ ਮੰਨਦੇ ਹਾਂ ਕਿ ਜੋਗੀਆਂ ਦੇ ਜਿਹੜੇ 12 ਫਿਰਕੇ ਹਨ, ਉਹਨਾਂ ਵਿੱਚੋਂ ਇੱਕ ਪ੍ਰਮੁੱਖ ਫਿਰਕਾ ਸ਼ਾਇਦ ਉਹਨਾਂ ਦਿਨਾਂ ਦੇ ਵਿੱਚ ਆਈ ਪੰਥ ਹੁੰਦਾ ਸੀ, ਜਿਨ੍ਹਾਂ ਨੂੰ ਸ਼ਾਇਦ ਉਹ ਸਤਿਕਾਰ ਦਿੰਦੇ ਸਨ ਕਾਫੀ। ਤੋ ਸਤਿਗੁਰੂ ਜੀ ਲੱਗਦਾ ਹੈ ਜਾਂ ਫਿਰ ਉਹਨਾਂ ਤੋਂ ਉਸ ਫਿਰਕੇ ਨੂੰ ਸਤਿਕਾਰ ਮਿਲਦਾ ਸੀ, ਇਸ ਕਰਕੇ ਜ਼ਿਕਰ ਕਰ ਰਹੇ ਹਨ, ਜਾਂ ਸਤਿਗੁਰੂ ਜੀ ਕਿਸੇ ਐਸੇ ਵਿਅਕਤੀ ਨਾਲ ਗੱਲ ਕਰ ਰਹੇ ਹਨ ਜਿਹੜਾ ਉਸ ਪੰਥ ਦਾ ਹੀ ਹਿੱਸਾ ਹੋਵੇ। ਅੱਜ ਵੀ ਆਈ ਪੰਥ ਹੈ। ਅਗਰ ਅਸੀਂ ਨੈੱਟ ਉੱਤੇ ਸਰਚ ਕਰੀਏ ਤਾਂ ਇਹਦਾ ਹੈੱਡਕੁਆਟਰ ਜਿਹੜਾ ਹੈ ਉਹ ਰਾਜਸਥਾਨ ਦੇ ਵਿੱਚ ਹੈ। ਇੱਕ ਬੀਬੀ ਜੀ ਇਹਦੇ ਮੁਖੀ ਅੱਜ ਕੱਲ੍ਹ ਕਹੇ ਜਾਂਦੇ ਹਨ, ਪਰ ਅੱਜ ਕੱਲ੍ਹ ਇਹਦਾ ਨਾਮ ਉਸ ਤਰੀਕੇ ਦੇ ਨਾਲ, ਰਿਸਪੈਕਟ ਦੇ ਨਾਲ ਵੱਡੇ ਫਿਰਕਿਆਂ ਦੇ ਵਿੱਚੋਂ ਨਹੀਂ ਲਿਆ ਜਾਂਦਾ, ਜਿਵੇਂ ਕਿ ਅਸੀਂ ਇੱਥੇ ਜ਼ਿਕਰ ਆਉਣ ਤੋਂ ਅੰਦਾਜ਼ਾ ਲਗਾਉਂਦੇ ਹਾਂ ਕਿ ਸ਼ਾਇਦ ਉਸ ਵਕਤ ਦੇ ਵਿੱਚ ਪ੍ਰਮੁੱਖ ਫਿਰਕਿਆਂ ਜਾਂ ਸਤਿਕਾਰਤ ਫਿਰਕਿਆਂ ਦੇ ਵਿੱਚ ਗਿਣਿਆ ਜਾਂਦਾ ਹੋਵੇ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਆਈ ਪੰਥੀ ਭਾਵ ਆਈ ਪੰਥ ਦਾ ਮੈਂਬਰ ਹੋਣ, ਆਈ ਪੰਥ ਦਾ ਹਿੱਸਾ ਹੋਣ ਵਾਲਾ ਜੋ ਵਿਅਕਤੀ ਹੈ, ਉਹ ਹੋਣ ਦਾ ਅਰਥ ਤੂੰ ਇਹ ਸਮਝ, ਸਗਲ ਜਮਾਤੀ। ਸਗਲ ਦਾ ਭਾਵ ਹੈ ਸਾਰੇ ਜੀਵ, ਤੇ ਜਮਾਤੀ ਭਾਵ ਮੇਰੀ ਹੀ ਜਮਾਤ, ਮੇਰੀ ਹੀ ਕਲਾਸ। ਜਮਾਤ ਦਾ ਅਸੀਂ ਜੋ ਇਸਤੇਮਾਲ ਕਰਦੇ ਸੀ, ਜਿਵੇਂ ਅੱਜ ਕੱਲ੍ਹ ਜਿਹਨੂੰ ਕਲਾਸ ਕਹਿੰਦੇ ਆ ਸਕੂਲਾਂ ਦੇ ਵਿੱਚ, ਇੱਕੋ ਜਿਹਾ ਕਕਸ਼ਾ ਕਹਿ ਦਿੰਦੇ ਨੇ ਹਿੰਦੀ ਦੇ ਵਿੱਚ, ਕਿ ਉਹ ਜਮਾਤ ਹੁੰਦੀ ਸੀ। ਸਾਰੀ ਜਮਾਤ ਦੇ ਵਿੱਚ ਜਿਹੜੇ ਵਿਦਿਆਰਥੀ ਪੜ੍ਹਦੇ ਹੁੰਦੇ ਸਨ, ਉਹ ਇੱਕੋ ਬਰਾਬਰ ਇੱਕੋ ਚੀਜ਼ ਜਾਂ ਇੱਕੋ ਪਾਠਸ਼ਾਲਾ ਵਿੱਚ ਪੜ੍ਹਦੇ ਹਨ, ਇੱਕ ਥਾਂ ਤੇ ਬੈਠਦੇ ਸਨ ਤੇ ਆਪਸ ਵਿੱਚ ਮਿੱਤਰ ਹੁੰਦੇ ਸਨ। ਤਾਂ ਸਤਿਗੁਰੂ ਨੇ ਕਿਹਾ ਕਿ ਇੱਕ ਉੱਚੇ ਯੋਗ ਪੰਥ ਦੇ ਪੰਥੀ ਹੋਣ ਦਾ ਅਰਥ ਤੂੰ ਇਹ ਸਮਝ ਕਿ ਇਹ ਜੋ ਸਾਰੀ ਸ੍ਰਿਸ਼ਟੀ ਦੇ ਜੀਵ ਹਨ, ਇਹ ਤੇਰੇ ਆਪਣੇ ਹੀ ਸਾਥੀ ਹਨ, ਤੇਰੇ ਨਾਲ ਬਹਿਣ ਵਾਲੇ, ਤੇਰੇ ਨਾਲ ਸਿੱਖਣ ਵਾਲੇ, ਤੇਰੇ ਨਾਲ ਚੱਲਣ ਵਾਲੇ ਹਨ। ਵੀ ਆਰ ਆਲ ਇਕੁਅਲ। ਔਰ ਇੱਕੋ ਜਿਵੇਂ ਆਪਾਂ ਕਹੀਏ ਕਿ ਸਾਰੇ ਮਿੱਤਰ ਹਾਂ, ਭਰਾ ਹਾਂ, ਭੈਣਾ ਭਰਾ ਹਾਂ। ਤਾਂ ਸਤਿਗੁਰੂ ਜੀ ਕਹਿੰਦੇ ਹਨ, ਆਪਣੀ ਨਜ਼ਰ ਨੂੰ ਐਸਾ ਬਣਾ ਕਿ ਤੇਰਾ ਸਾਰਿਆਂ ਦੇ ਨਾਲ ਪਿਆਰ ਹੋਵੇ, ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਤੂੰ ਆਪਣੇ ਸੱਜਣ ਮਿੱਤਰ ਸਮਝੇ, ਫਿਰ ਤੂੰ ਆਪਣੇ ਆਪ ਨੂੰ ਆਈ ਪੰਥੀ ਕਹਿ ਸਕਦਾ ਹੈ, ਭਾਵ ਆਈ ਪੰਥ ਦਾ ਮੈਂਬਰ ਕਹਿ ਸਕਦਾ ਹੈ। ਤੇ ਸਤਿਗੁਰੂ ਜੀ ਅੱਗੇ ਕਹਿੰਦੇ ਹਨ, ਮਨ ਜੀਤੈ ਜਗ ਜੀਤ। ਜੇ ਅਸੀਂ ਆਪਣੇ ਮਨ ਨੂੰ ਜਿੱਤ ਲਈਏ, ਭਾਵ ਕਿ ਆਪਣੇ ਮਨ ਦੀਆਂ ਵਾਸ਼ਨਾਵਾਂ ਨੂੰ ਜੋ ਸਾਨੂੰ ਭਟਕਾਉਂਦੀਆਂ ਹਨ, ਜੋ ਸਾਨੂੰ ਆਪਣੇ ਅਸਲ ਟੀਚੇ ਤੋਂ ਉਖਾੜ ਕੇ ਦੂਜੇ ਪਾਸੇ ਲਗਾਉਂਦੀਆਂ ਹਨ, ਅਗਰ ਅਸੀਂ ਆਪਣੇ ਮਨ ਦੇ ਉੱਤੇ ਕੰਟਰੋਲ ਕਰ ਲਈਏ ਕਿ ਮੈਂ ਜਿਸ ਚੀਜ਼ ਨੂੰ ਲੈਣ ਲਈ ਇਸ ਜਗਤ ਦੇ ਵਿੱਚ ਆਇਆ ਹਾਂ, ਮੈਂ ਉਹ ਵਕਤ ਪ੍ਰਾਪਤ ਕਰਨੀ ਹੈ, ਮਨ ਨੂੰ ਜਿੱਤ ਕੇ ਹੀ ਅਸੀਂ ਉਹ ਕੰਮ ਕਰ ਸਕਦੇ ਹਾਂ। ਔਰ ਇਹ ਸਾਡੀ ਬਾਕੀ ਜ਼ਿੰਦਗੀ ਦਾ ਵੀ ਤਜਰਬਾ ਹੈ। ਜਦੋਂ ਅਸੀਂ ਪੜ੍ਹਾਈ ਕਰਦੇ ਹਾਂ ਤਾਂ ਜਦ ਤੱਕ ਅਸੀਂ ਕਿਹਾ ਜਾਂਦਾ, ਆਮ ਲਫ਼ਜ਼ ਵਰਤਦੇ ਹਾਂ ਕਿ ਭਾਈ ਮਨ ਮਾਰ ਕੇ ਪੜ੍ਹਾਈ ਕਰੋ, ਜਾਂ ਕੋਈ ਕੰਮ ਮਿਹਨਤ ਵਾਲਾ ਹੈ ਮਨ ਮਾਰ ਕੇ ਕਰੋ, ਉਹਦਾ ਅਰਥ ਮਨ ਨੂੰ ਜਿੱਤ ਕੇ ਹੀ ਹੁੰਦਾ ਹੈ। ਕਿ ਜਦੋਂ ਅਸੀਂ ਕਿਸੇ ਕੰਮ ਵਿੱਚ ਪੂਰੀ ਤਰ੍ਹਾਂ ਆਪਣੇ ਆਪ ਨੂੰ ਖੁਵਾ ਲਈਏ,
ਮਨ ਦੀਆਂ ਜਿਹੜੀਆਂ ਭਟਕਣਾਂ ਨੇ ਉਹਨਾਂ ਨੂੰ ਆਪਣੇ ਕਾਬੂ ਦੇ ਵਿੱਚ ਕਰਕੇ ਜਦੋਂ ਕਿਸੇ ਕੰਮ ਦੇ ਵਿੱਚ ਲੱਗ ਜਾਈਏ, ਜਦੋਂ ਅਸੀਂ ਆਪਣੇ ਜੀਵਨ ਮਨੋਰਥ ਨੂੰ, ਮਨ ਨੂੰ ਜਿੱਤ ਕੇ ਉਹਦੀ ਪ੍ਰਾਪਤੀ ਵਾਸਤੇ ਅਸੀਂ ਕੰਮ ਕਰਨ ਲੱਗ ਜਾਵਾਂਗੇ, ਤਾਂ ਸਤਿਗੁਰੂ ਕਹਿੰਦੇ ਹਨ ਕਿ ਫਿਰ ਇਉਂ ਸਮਝੋ ਕਿ ਤੁਸੀਂ ਸਾਰਾ ਜਗਤ ਹੀ ਜਿੱਤ ਲਿਆ ਹੈ। ਔਰ ਅਸਲੀਅਤ ਵਿੱਚ ਵੀ ਜਗਤ ਵਿੱਚ ਜਿੱਤਿਆ ਜਾਂਦਾ ਹੈ, ਕਿਉਂਕਿ ਫਿਰ ਜਗਤ ਭਰ ਦੀ ਮਾਇਆ, ਇਹਦੇ ਜੋ ਸਾਡੀਆਂ ਡਿਸਟਰਬੈਂਸਿਸ ਨੇ ਜਿਹੜੀਆਂ ਸਾਨੂੰ ਆਪਣੇ ਵੱਲ ਖਿੱਚਦੀਆਂ ਨੇ, ਇਹਦੀਆਂ ਅਟਰੈਕਸ਼ਨਸ ਨੇ, ਇਹਦੇ ਵਿਕਾਰ ਨੇ, ਇਹ ਸਾਰੇ ਔਗਣ ਇਹ ਸਾਡੇ ਉੱਤੇ ਕੋਈ ਅਸਰ ਨਹੀਂ ਪਾ ਸਕਦੇ। ਜਗ ਜਿੱਤਣ ਦਾ ਭਾਵ ਕਿ ਜਿਵੇਂ ਮਾਇਆ ਨੂੰ ਜਿੱਤ ਲਿਆ ਹੋਵੇ। ਤੋ ਜਗਤ ਭਰ ਦੀ ਮਾਇਆ ਨੂੰ ਜਿੱਤ ਲਿਆ ਜਾਂਦਾ ਹੈ ਜਦੋਂ ਬੰਦੇ ਦਾ ਮਨ ਜਿੱਤ ਲਿਆ ਜਾਂਦਾ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਜਦੋਂ ਤੂੰ ਸਾਰਿਆਂ ਨੂੰ ਆਪਣੇ ਸੱਜਣ, ਮਿੱਤਰ, ਸਾਥੀ, ਭੈਣ, ਭਰਾ ਸਮਝੇਗਾ ਔਰ ਆਪਣੇ ਮਨ ਨੂੰ ਜਿੱਤ ਕੇ ਆਪਣੇ ਜੀਵਨ ਮਨੋਰਥ ਵਾਸਤੇ ਤੂੰ ਕੰਮ ਕਰੇਗਾ, ਤਾਂ ਫਿਰ ਸਾਰਾ ਜਗ ਹੀ ਜਿੱਤਣ ਦੇ ਬਰਾਬਰ ਤੇਰੀ ਫਤਿਹ ਹੋ ਜਾਵੇਗੀ। ਅੱਗੇ ਸਤਿਗੁਰੂ ਕਹਿੰਦੇ ਹਨ, ਆਦੇਸ਼ ਤਿਸ ਹੈ ਆਦੇਸ਼। ਆਦੇਸ਼ ਜੋ ਲਫ਼ਜ਼ ਹੈ, ਇਹ ਯੋਗੀ ਜਦੋਂ ਇੱਕ ਦੂਜੇ ਨੂੰ ਮਿਲਦੇ ਹਨ ਤਾਂ ਹਰ ਫਿਰਕੇ ਵਿੱਚ, ਹਰ ਧਰਮ ਦੇ ਵਿੱਚ ਕੋਈ ਨਾ ਕੋਈ ਸ਼ਬਦ ਜੋ ਹਨ ਉਹ ਨਿਯਤ ਕੀਤੇ ਜਾਂਦੇ ਹਨ, ਜਿਹਨੂੰ ਅਸੀਂ ਗ੍ਰੀਟਿੰਗਸ ਕਹਿੰਦੇ ਹਾਂ। ਇਸਲਾਮ ਵਿੱਚ ਹੋਰ ਹਨ, ਸਾਡੇ ਮਤ ਵਿੱਚ ਹੋਰ ਹਨ, ਹਿੰਦੂ ਮਤ ਵਿੱਚ ਹੋਰ ਹਨ, ਕ੍ਰਿਸਚੀਅਨਿਟੀ ਵਿੱਚ ਹੋਰ ਹਨ। ਯੋਗੀਆਂ ਦੇ ਵਿੱਚ ਉਹ ਲਫ਼ਜ਼ ਹੈ ਆਦੇਸ਼। ਆਦੇਸ਼ ਦਰਅਸਲ ਇਹਦਾ ਅਰਥ ਹੈ ਨਮਸਕਾਰ, ਕਿਉਂਕਿ ਆਮ ਤੌਰ ਤੇ ਸਾਡੇ ਦੇਸ਼ ਵਿੱਚ ਘੱਟੋ ਘੱਟ ਰਿਵਾਜ ਸੀ ਕਿ ਜਦੋਂ ਅਸੀਂ ਇੱਕ ਦੂਜੇ ਨੂੰ ਮਿਲਦੇ ਹਾਂ ਤੇ ਆਪਣੇ ਇਸ਼ਟ ਨੂੰ ਯਾਦ ਕਰਕੇ ਇੱਕ ਦੂਜੇ ਨੂੰ ਗ੍ਰੀਟ ਕਰਦੇ ਹਾਂ। ਤਾਂ ਉਹ ਵੀ ਆਪਣੇ ਇਸ਼ਟ ਨੂੰ ਯਾਦ ਕਰਕੇ ਇਹ ਨਮਸਕਾਰ ਕਰਦੇ ਸਨ। ਤੇ ਇਹ ਨਮਸਕਾਰ ਹੁੰਦੀ ਸੀ ਸ਼ਿਵ ਵਾਸਤੇ, ਪਾਰਵਤੀ ਵਾਸਤੇ, ਜਾਂ ਹੋਰ ਜਿਨ੍ਹਾਂ ਦੇਵੀ ਦੇਵਤਿਆਂ ਦੇ ਵਿੱਚ ਉਹਨਾਂ ਦਾ ਯਕੀਨ ਹੁੰਦਾ ਸੀ ਉਹਨਾਂ ਵਾਸਤੇ, ਜਾਂ ਜਿਸ ਮਤ ਯੋਗ ਮਤ ਦੇ ਜਿਸ ਫਿਰਕੇ ਨੂੰ ਬਿਲੋਂਗ ਕਰਦੇ ਸਨ ਉਹਦੇ ਵੱਡੇ ਵਡੇਰਿਆਂ ਨੂੰ ਆਦੇਸ਼ ਕਹਿਣਾ, ਉਹਨਾਂ ਨੂੰ ਆਪਣੀ ਨਮਸਕਾਰ ਕਰਨੀ। ਪਰ ਸਤਿਗੁਰੂ ਜੀ ਨੇ ਲਫ਼ਜ਼ ਉਹੀ ਵਰਤਿਆ ਹੈ, ਪਰ ਅੱਗੇ ਸਤਿਗੁਰੂ ਜੀ ਨੇ ਅੱਗੇ ਸਪੈਸੀਫਾਈ ਕਰ ਦਿੱਤਾ ਹੈ ਕਿ ਮੈਂ ਵੀ ਆਦੇਸ਼ ਕਰ ਰਿਹਾ ਹਾਂ, ਜਿਵੇਂ ਤੁਸੀਂ ਦੂਜੇ ਨੂੰ ਮਿਲਣ ਲੱਗਿਆ ਆਦੇਸ਼ ਕਹਿੰਦੇ ਹੋ ਸਕਦਾ ਹੈ ਉਹਨਾਂ ਨੇ ਸਤਿਗੁਰੂ ਜੀ ਨੂੰ ਵੀ ਆਦੇਸ਼ ਨਾਲ ਹੀ ਵੈਲਕਮ ਕੀਤਾ ਹੋਵੇ। ਤੇ ਸਤਿਗੁਰੂ ਜੀ ਕਹਿੰਦੇ ਹਨ, ਪਰ ਮੇਰਾ ਨਮਸਕਾਰ ਜੋ ਹੈ ਉਹ ਕਿਹਦੇ ਵਾਸਤੇ ਹੈ? ਕਿਸੇ ਦੇਵੀ ਦੇਵਤੇ ਜਾਂ ਨਾਥ ਯੋਗੀ ਵਾਸਤੇ ਨਹੀਂ। ਤਿਸ ਹੈ ਆਦੇਸ਼, ਉਸ ਅਕਾਲ ਪੁਰਖ ਨੂੰ ਨਮਸਕਾਰ ਹੈ। ਕਿਸ ਅਕਾਲ ਪੁਰਖ ਨੂੰ? ਜਿਹੜਾ ਆਦ ਹੈ, ਆਦ, ਅਨੀਲ, ਅਨਾਦ, ਅਨਾਹਤ। ਆਦ ਦਾ ਭਾਵ ਹੈ ਕਿ ਜੋ ਆਦ ਤੋਂ ਹੈ, ਮੁੱਢ ਤੋਂ ਹੈ। ਆਦ ਤੋਂ ਹੈ, ਮੁੱਢ ਤੋਂ ਹੈ। ਇੱਕ ਮਿੰਟ। ਅਨੀਲ ਹੈ। ਅਨੀਲ ਦਾ ਅਰਥ ਹੈ, ਨੀਲ ਦਰਅਸਲ ਕਿਹਾ ਜਾਂਦਾ ਸੀ ਜਿਹੜਾ ਕਿ ਰੰਗ ਹੋਵੇ, ਕੋਈ ਕਿਸੇ ਕਿਸਮ ਦਾ ਦਾਗ ਲੱਗਾ ਹੋਵੇ ਤਾਂ ਅਨੀਲ ਕਿਹਾ ਜਾਂਦਾ ਸੀ। ਤੋ ਜਿਹਦੇ ਵਿੱਚ ਕੋਈ ਕਲੰਕ ਨਾ ਹੋਵੇ, ਉਹ ਪਵਿੱਤਰ ਹੋਵੇ, ਸ਼ੁੱਧ ਹੋਵੇ, ਜਾਂ ਇਉਂ ਕਹਿ ਦਈਏ ਕਿ ਕਲੰਕ ਰਹਿਤ ਹੋਵੇ। ਤੋ ਅਨੀਲ ਭਾਵ ਉਹ ਅਕਾਲ ਪੁਰਖ ਜੋ ਕਲੰਕ ਰਹਿਤ ਹੈ। ਇੱਥੇ ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਅਨੀਲ ਦਾ ਜ਼ਿਕਰ ਇਸ ਕਰਕੇ ਸਤਿਗੁਰਾਂ ਨੇ ਸ਼ਾਇਦ ਕੀਤਾ ਕਿਉਂਕਿ ਜਿਹੜਾ ਉਹਨਾਂ ਦਾ ਵੱਡਾ ਦੇਵਤਾ ਇਸ਼ਟ ਸੀ ਸ਼ਿਵ, ਉਹਨੂੰ ਨੀਲਕੰਠ ਵੀ ਕਿਹਾ ਜਾਂਦਾ ਸੀ। ਤੇ ਸਤਿਗੁਰਾਂ ਨੇ ਸ਼ਾਇਦ ਉਹਦੇ ਤੋਂ ਇੱਕ ਮਤਲਬ ਵਖਰੇਵਾਂ ਕਰਨ ਦੇ ਵਾਸਤੇ ਵੀ ਤੁਸੀਂ ਨੀਲਕੰਠ ਨੂੰ ਯਾਦ ਕਰ ਰਹੇ ਹੋ ਤੇ ਮੈਂ ਅਨੀਲ ਨੂੰ ਜੋ ਹੈ ਉਹ ਨਮਸਕਾਰ ਕਰ ਰਿਹਾ ਹਾਂ। ਅਨਾਦ ਭਾਵ ਜਿਹਦਾ ਆਪਣਾ ਕੋਈ ਮੁੱਢ ਨਹੀਂ, ਉਹ ਹੈ ਤਾਂ ਮੁੱਢ ਤੋਂ ਹੈ, ਇਸ ਸ੍ਰਿਸ਼ਟੀ ਦੇ ਜਗਤ ਦੇ ਮੁੱਢ ਤੋਂ ਹੈ, ਪਰ ਜਿਹਦਾ ਆਪਣਾ ਕੋਈ ਮੁੱਢ ਨਹੀਂ, ਉਹਦਾ ਨਾ ਕੋਈ ਜਨਮ ਹੈ ਤੇ ਨਾ ਕੋਈ ਉਹਦੀ ਮੌਤ ਹੈ, ਉਹਦਾ ਕੋਈ ਮੁੱਢ ਅਸੀਂ ਨਹੀਂ ਲੱਭ ਸਕਦੇ। ਅਨਾਹਤ ਭਾਵ ਉਹ ਜਿਹਦਾ ਨਾਸ਼ ਨਹੀਂ ਹੁੰਦਾ। ਆਹਤ ਦਾ ਭਾਵ ਹੈ ਕਿਸੇ ਨੂੰ ਠੇਸ ਪਹੁੰਚਾਉਣਾ, ਨਾਸ਼ ਕਰਨਾ। ਤੋ ਇਸ ਤਰ੍ਹਾਂ ਉਹਦਾ ਨਾ ਤਾਂ ਅਨਾਦ, ਉਹ ਮਤਲਬ ਨਾ ਤੇ ਉਸ ਦਾ ਕੋਈ ਆਦ ਹੈ, ਭਾਵ ਉਸ ਦਾ ਜਨਮ ਕੋਈ ਨਹੀਂ, ਤੇ ਨਾ ਹੀ ਉਹਦਾ ਕੋਈ ਆਹਤ ਹੈ, ਭਾਵ ਉਹਦਾ ਅੰਤ ਹੈ, ਨਾਸ਼ ਹੋਣਾ ਹੈ ਕਦੀ। ਭਾਵ ਜਿਹੜਾ ਜਗਤ ਦੇ ਵਿੱਚ ਇੱਕ ਰਸ ਵਿਆਪਕ ਹੈ। ਅਨਾਦ, ਅਨਾਹਤ, ਇਹਨਾਂ ਦੋਵਾਂ ਦਾ ਮਿਲਾ ਕੇ ਅਗਰ ਅਸੀਂ ਅਰਥ ਕਰੀਏ ਤੇ ਉਹ ਇੱਕ ਰਸ ਵਿਆਪਕ ਹੈ। ਜੁਗ ਜੁਗ ਏਕੋ ਵੇਸ,
ਹਰ ਯੁੱਗ ਦੇ ਵਿੱਚ, ਹਰ ਇੱਕ ਯੁੱਗ ਦੇ ਵਿੱਚ ਉਹਦਾ ਇੱਕੋ ਹੀ ਵੇਸ਼ ਸੀ, ਇੱਕੋ ਹੀ ਰੂਪ ਸੀ, ਉਹ ਇੱਕੋ ਹੀ ਸਥਿਤੀ ਦੇ ਵਿੱਚ ਰਹਿੰਦਾ ਹੈ। ਅਗਲੀ ਪੌੜੀ ਵਿੱਚ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰਦੇ ਹਨ। ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੈ ਨਾਲ। ਤਾਂ ਭੁਗਤ ਦਾ ਭਾਵ ਹੈ ਭੋਜਨ। ਜਿਹੜਾ ਉਹ ਭੋਜਨ ਕਰਦੇ ਸਨ ਜੋਗੀ, ਉਹ ਚੂਰਮਾ ਉਹਨੂੰ ਕਹਿੰਦੇ ਸਨ ਕਿ ਜਿਹੜਾ ਚੂਰਮਾ ਖਾਂਦੇ ਸਨ, ਤਾਂ ਉਹ ਭੋਜਨ ਜਿਹੜਾ ਉਹ ਖਾਂਦੇ ਸਨ, ਸਤਿਗੁਰੂ ਜੀ ਕਹਿੰਦੇ ਸਨ, ਕਹਿ ਰਹੇ ਹਨ ਕਿ ਆਪਣਾ ਭੋਜਨ ਜੋ ਹੈ ਉਹ ਤੂੰ ਗਿਆਨ ਨੂੰ ਬਣਾ। ਕਿਉਂਕਿ ਪਰਮਾਰਥ ਦੇ ਰਸਤੇ ਉੱਤੇ ਚੱਲਣ ਵਾਲੇ ਮਨੁੱਖ ਦਾ ਜਿਹੜਾ ਭੋਜਨ ਹੁੰਦਾ ਹੈ ਉਹ ਗਿਆਨ ਹੀ ਹੁੰਦਾ ਹੈ। ਕਿਉਂਕਿ ਗਿਆਨ ਤੋਂ ਬਿਨਾਂ ਅੱਗੇ ਤੁਰਿਆ ਨਹੀਂ ਜਾ ਸਕਦਾ। ਜਿਵੇਂ ਕਿ ਸੁਖਮਨੀ ਸਾਹਿਬ ਦੇ ਵਿੱਚ ਵੀ ਆਉਂਦਾ ਹੈ ਕਿ ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਤਾਂ ਸਤਿਗੁਰੂ ਕਹਿ ਰਹੇ ਹਨ ਕਿ ਤੂੰ ਆਪਣਾ ਭੋਜਨ ਗਿਆਨ ਨੂੰ ਬਣਾ। ਦਇਆ ਭੰਡਾਰਨ, ਜੋਗੀਆਂ ਦੇ ਵਿੱਚ ਜਦੋਂ ਕੋਈ ਲੰਗਰ ਲਗਾਇਆ ਜਾਂਦਾ ਹੈ ਜਾਂ ਭੋਜਨ ਵਰਤਾਇਆ ਜਾਂਦਾ ਹੈ ਤਾਂ ਉਹਨੂੰ ਭੰਡਾਰਾ ਕਿਹਾ ਜਾਂਦਾ ਹੈ। ਇਹ ਲਫ਼ਜ਼ ਅਸੀਂ ਆਮ ਵੀ ਜੀਵਨ ਦੇ ਵਿੱਚ ਵਰਤਦਾ ਵੇਖਦੇ ਹਾਂ ਕਿ ਜਗ੍ਹਾ ਜਗ੍ਹਾ ਦੇ ਉੱਤੇ ਭੰਡਾਰੇ ਲਗਾ ਲਏ ਜਾਂਦੇ ਹਨ। ਖਾਸ ਕਰਕੇ ਜਦੋਂ ਸ਼ਿਵ ਦੇ ਨਾਲ ਕਨੈਕਟਡ ਜਿਹੜੇ ਦਰਬਾਰ ਲੱਗਦੇ ਹਨ, ਉਹਨਾਂ ਦੇ ਵਾਸਤੇ ਭੰਡਾਰੇ ਲਗਾਏ ਜਾਂਦੇ ਹਨ। ਤੇ ਜਿਨ੍ਹਾਂ ਨੂੰ ਉਹ ਭੰਡਾਰੇ ਨੂੰ ਵਰਤਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੁੰਦੀ ਹੈ, ਉਹਨੂੰ ਭੰਡਾਰੀ ਜਾਂ ਭੰਡਾਰਨ ਕਿਹਾ ਜਾਂਦਾ ਹੈ। ਤਾਂ ਸਤਿਗੁਰੂ ਜੀ ਕਹਿ ਰਹੇ ਹਨ ਕਿ ਦਇਆ ਭੰਡਾਰਨ। ਦਇਆ ਨੂੰ ਉਸ ਭੰਡਾਰੇ ਨੂੰ ਵਰਤਾਉਣ ਵਾਲੀ ਬਣਾ। ਕਹਿਣ ਤੋਂ ਭਾਵ ਇਹ ਹੈ ਕਿ ਜੇ ਭੰਡਾਰੇ ਦੇ ਵਿੱਚ ਭੋਜਨ ਵਰਤਾਉਣਾ ਹੈ ਤਾਂ ਗਿਆਨ ਨੂੰ ਭੋਜਨ ਬਣਾ ਤੇ ਦਇਆ ਨੂੰ ਗਿਆਨ ਵਰਤਾਉਣ ਵਾਲੀ ਭੰਡਾਰਨ ਬਣਾ ਦੇ, ਤਾਂ ਕਿ ਗਿਆਨ ਰੂਪੀ ਜਿਹੜਾ ਭੰਡਾਰਾ ਹੈ ਇਹ ਤੂੰ ਸਾਰਿਆਂ ਦੇ ਵਿੱਚ ਵੰਡ ਸਕੇ। ਤੇ ਘਟ ਘਟ ਵਾਜੈ ਨਾਦ। ਨਾਦ ਵੀ ਯੋਗ ਮਤ ਦਾ ਇੱਕ ਸਿੰਬਲ ਹੈ। ਇਹ ਗਲੇ ਦੇ ਮੋਢੇ ਦੇ ਉੱਤੇ ਲਟਕਾ ਕੇ ਰੱਖਦੇ ਹਨ ਜੋਗੀ, ਜਿਹਦੇ ਵਿੱਚੋਂ ਉਹ ਨਾਦੀ ਕੱਢਦੇ ਹਨ। ਨਾਦ ਦੇ ਵਿੱਚੋਂ ਨਾਦੀ ਜਿਹੜੀ ਆਵਾਜ਼ ਨਿਕਲਦੀ ਹੈ ਉਹ ਗਲੇ 'ਚ ਲਟਕਾਈ ਹੁੰਦੀ ਹੈ। ਤੇ ਉਹਨਾਂ ਦਾ ਰਿਵਾਜ ਹੈ ਕਿ ਜਦੋਂ ਉਹ ਭੋਜਨ ਕਰਦੇ ਹਨ ਤੇ ਨਾਲ ਨਾਦ ਨੂੰ ਵਜਾਉਂਦੇ ਹਨ। ਉਹ ਸਤਿਗੁਰੂ ਜੀ ਕਹਿੰਦੇ ਹਨ ਕਿ ਜਦੋਂ ਤੂੰ ਭੋਜਨ ਕਰਦਾ ਹੈ ਤਾਂ ਤੂੰ ਨਾਦ ਨੂੰ ਵਜਾਉਂਦਾ ਹੈ, ਔਰ ਨਾਦ ਨੂੰ ਵਜਾ ਕੇ ਤੂੰ ਇਹ ਸ਼ਾਇਦ ਆਪਣੇ ਇਸ਼ਟ ਨੂੰ ਤੂੰ ਨਮਸਕਾਰ ਕਰਦਾ ਹੈ ਜਾਂ ਬਾਕੀਆਂ ਨੂੰ ਆਵਾਜ਼ ਮਾਰਦਾ ਹੈ, ਜੋ ਵੀ ਹੈ, ਤੂੰ ਆਪਣੇ ਆਪ ਨੂੰ ਇਹ ਸਮਝ ਕਿ ਨਾਦ ਅਸਲ ਵਿੱਚ ਉਹ ਹੈ ਜਿਹੜੀ ਘਟ ਘਟ ਵਾਜੈ, ਜਿਹੜੀ ਹਰ ਜੀਵ ਦੇ ਅੰਦਰ ਇਹ ਵੱਜਦੀ ਹੈ। ਜੋ ਤੇਰੇ ਭੋਜਨ ਛਕਣ ਲੱਗਿਆ ਨਾਦ ਵੱਜਦੀ ਹੈ, ਉਹ ਹਰ ਜੀਵ ਦੇ ਵਿੱਚ ਵੱਜਦੀ। ਤੋ ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੈ ਨਾਦ। ਤੋ ਉਹ ਨਾਦ ਵੱਜਦੀ ਵੇਖ ਤੂੰ, ਜਿਹੜੀ ਹਰ ਜੀਵ ਦੇ ਹਿਰਦੇ ਦੇ ਵਿੱਚ ਵੱਜਦੀ ਹੈ। ਭਾਵ ਤੂੰ ਹਰ ਹਿਰਦੇ ਦੇ ਵਿੱਚ ਉਸ ਅਕਾਲ ਪੁਰਖ ਦੀ ਜੋਤ ਨੂੰ ਵਰਤਦਾ ਵੇਖ, ਜਿਹੜੀ ਉਸ ਜੀਵ ਦੇ ਹਿਰਦੇ ਵਿੱਚ ਧੜਕਣ ਬਣ ਕੇ, ਆਵਾਜ਼ ਬਣ ਕੇ ਜੋ ਹੈ ਉਹ ਵੱਜ ਰਹੀ ਹੈ। ਤੇ ਸਤਿਗੁਰੂ ਕਹਿੰਦੇ ਹਨ, ਆਪ ਨਾਥ ਨਾਥੀ ਸਭ ਜਾਂਕੀ, ਰਿੱਧ ਸਿੱਧ ਅਵਰਾ ਸਾਧ। ਆਪ ਨਾਥ, ਨਾਥ ਸ਼ਬਦ ਜੋ ਹੈ, ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਹੈ, ਕੰਨ ਫਟੇ ਜੋਗੀਆਂ ਦੇ ਨਾਮ ਜਿਹੜੇ ਹਨ ਉਹਨਾਂ ਦੇ ਪਿੱਛੇ ਨਾਥ ਲਿਖਿਆ ਜਾਂਦਾ ਹੈ। ਜਿਹੜੇ ਉਹਨਾਂ ਦੇ ਵੱਡੇ ਵਡੇਰੇ ਹੋਏ ਹਨ, ਗੋਰਖਨਾਥ, ਮਚੰਦਰ ਨਾਥ ਆਦਿ, ਉਹਨਾਂ ਨੂੰ ਨਾਥ ਕਹਿ ਕੇ ਪੁਕਾਰਿਆ ਜਾਂਦਾ ਹੈ। ਤਾਂ ਨਾਥ ਉਹਨਾਂ ਦੀ ਨਜ਼ਰ ਦੇ ਵਿੱਚ ਬੜੀ ਪਵਿੱਤਰ ਆਤਮਾ ਔਰ ਵੱਡੇ ਜਿਹੜੇ ਲੋਕ ਹੋਏ ਹਨ ਉਹ ਹਨ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਨਾਥ ਭਾਵ ਇਹਦਾ ਇੱਕ ਅਰਥ ਹੈ ਮਾਲਕ। ਉਹ ਅਕਾਲ ਪੁਰਖ ਹੀ ਜੋ ਹੈ ਉਹ ਮਾਲਕ ਹੈ। ਤੇਰਾ ਨਾਥ ਕੋਈ ਹੋਰ ਨਾ ਹੋਵੇ, ਉਹ ਅਕਾਲ ਪੁਰਖ ਹੀ ਹੋਵੇ। ਕਿਹੜਾ ਅਕਾਲ ਪੁਰਖ? ਤੇ ਸਤਿਗੁਰਾਂ ਨੇ ਇੱਥੇ ਵੀ ਅੱਗੇ ਸਪੈਸੀਫਾਈ ਕਰ ਦਿੱਤਾ, ਨਾਥੀ ਸਭ ਜਾਂਕੀ। ਨਾਥੀ ਭਾਵ ਨੱਥੀ ਹੋਈ, ਜਿਹਦੇ ਨੱਕ ਵਿੱਚ ਨੱਥ ਪਾਈ ਹੋਵੇ, ਜਿਵੇਂ ਜਾਨਵਰਾਂ ਨੂੰ ਕਾਬੂ ਕਰਨ ਲਈ ਪਾਈ ਜਾਂਦੀ ਹੈ। ਸਭ ਜਾਂਕੀ, ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹਦੀ ਨਾਥੀ ਹੋਵੇ। ਜਾਂਕੀ ਨਾਥੀ ਭਾਵ ਉਹਦੇ ਕੰਟਰੋਲ ਦੇ ਵਿੱਚ ਹੋਵੇ, ਕਿ ਤੂੰ ਉਸ ਅਕਾਲ ਪੁਰਖ ਨੂੰ
ਤੇਰਾ ਨਾਥ ਹੋਵੇ, ਤੇਰਾ ਧਿਆਨ, ਤੇਰਾ ਯਕੀਨ, ਤੇਰੀ ਸ਼ਰਧਾ ਉਸ ਅਕਾਲ ਪੁਰਖ ਦੇ ਵਿੱਚ ਹੋਵੇ। ਉਹ ਅਕਾਲ ਪੁਰਖ ਜਿਸ ਨੇ ਸਾਰੀ ਸ੍ਰਿਸ਼ਟੀ, ਇਹਦੇ ਵਿੱਚ ਜੋ ਕੁਝ ਵੀ ਵਰਤ ਰਿਹਾ ਹੈ ਉਹ ਆਪਣੇ ਵਸ ਵਿੱਚ ਹੈ ਜਿਸ ਦੇ, ਤਾਂ ਉਸ ਨਾਥ ਦੇ ਵੱਲ ਤੂੰ ਆਪਣਾ ਧਿਆਨ ਕੇਂਦਰਿਤ ਕਰ। ਰਿੱਧ ਸਿੱਧ ਅਵਰਾ ਸਾਧ। ਰਿੱਧੀਆਂ ਤੇ ਸਿੱਧੀਆਂ, ਇਹ ਸ਼ਬਦ ਅਸੀਂ ਗੁਰਬਾਣੀ 'ਚ ਵੀ ਬਹੁਤ ਵਾਰ ਵਰਤਦਾ ਵੇਖਦੇ ਹਾਂ। ਰਿੱਧੀ ਦਾ ਅਰਥ ਹੈ ਪ੍ਰਤਾਪ ਤੇ ਵਡਿਆਈ, ਤੇ ਸਿੱਧੀਆਂ ਗਿਣੀਆਂ ਗਈਆਂ ਹਨ। ਜਦੋਂ ਅਸਲ ਵਿੱਚ ਤਾਂ ਇਸ ਸ਼ਬਦ ਦਾ ਅਰਥ ਹੈ ਕੋਈ ਸਫਲਤਾ ਪ੍ਰਾਪਤ ਕਰਨੀ, ਸਿੱਧੀ ਪ੍ਰਾਪਤ ਕਰ ਲੈਣੀ, ਭਾਵ ਕਿਸੇ ਸਬਜੈਕਟ ਦੇ ਵਿੱਚ, ਕਿਸੇ ਕੰਮ ਦੇ ਵਿੱਚ ਪੂਰੀ ਤਰ੍ਹਾਂ ਐਕਸਪਰਟ ਹੋ ਜਾਣਾ। ਜਿਹੜੀ ਪਰਫੈਕਸ਼ਨ ਵਾਲੀ ਸਟੇਜ ਹੈ ਉਹ ਸਿੱਧੀ ਦੀ ਸਟੇਜ ਕਹੀ ਜਾ ਸਕਦੀ ਹੈ। ਪਰ ਇੱਥੇ ਜਿਹੜਾ ਸਿੱਧੀ ਦਾ ਅਰਥ ਲਿਆ ਜਾਂਦਾ ਹੈ ਉਹ ਸਿੱਧੀ ਹੈ ਕਿ ਜਿਹੜੀਆਂ ਪ੍ਰਾਪਤੀਆਂ ਯੋਗ ਮਤ ਦੀ ਸਾਧਨਾ ਦੇ ਨਾਲ ਹੁੰਦੀਆਂ। ਤਾਂ ਇਹ ਤਰ੍ਹਾਂ ਤਰ੍ਹਾਂ ਦੀਆਂ ਕਰਾਮਾਤਾਂ ਜਿਵੇਂ ਕਹੀਆਂ ਜਾਂਦੀਆਂ ਹਨ, ਉਸ ਢੰਗ ਦੇ ਨਾਲ ਸਤਿਗੁਰੂ ਜੀ ਕਹਿ ਰਹੇ ਹਨ ਕਿ ਤੇਰਾ ਨਾਥ ਅਕਾਲ ਪੁਰਖ ਹੋਵੇ, ਤੇ ਤੇਰਾ ਜਿਹੜਾ ਉਹ ਅਕਾਲ ਪੁਰਖ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਵਸ ਵਿੱਚ ਰੱਖਿਆ ਹੋਇਆ ਹੈ। ਔਰ ਇਸ ਤਰੀਕੇ ਦੇ ਨਾਲ ਜਦੋਂ ਤੇਰਾ ਅਕਾਲ ਪੁਰਖ ਦੇ ਉੱਤੇ ਪੂਰਾ ਯਕੀਨ ਵੱਜ ਜਾਏਗਾ, ਉਹਦੇ ਵਿੱਚ ਤੇਰਾ ਧਿਆਨ ਕੇਂਦਰਿਤ ਹੋ ਜਾਵੇਗਾ, ਤੇ ਤਾਂ ਤੇਰੇ ਅੰਦਰੋਂ ਜੋ ਹੈ ਉਹ ਤੇਰੀ ਅਵਸਥਾ ਬਣੇਗੀ ਜਿਹੜੀ ਪ੍ਰਭੂ ਮਿਲਾਪ ਦੀ ਅਵਸਥਾ ਹੋਵੇਗੀ। ਤਾਂ ਤੇਰੇ ਅੰਦਰੋਂ, ਜਿਵੇਂ ਸਤਿਗੁਰੂ ਜੀ ਨੇ ਸ਼ੁਰੂ ਵਿੱਚ ਜਪਜੀ ਸਾਹਿਬ ਦੇ ਸਾਨੂੰ ਦੱਸਿਆ ਸੀ, ਤੇਰੇ ਅੰਦਰੋਂ ਕੂੜ ਦੀ ਕੰਧ ਤਾਂ ਟੁੱਟੇਗੀ ਜਦੋਂ ਤੂੰ ਅਕਾਲ ਪੁਰਖ ਦੇ ਵਿੱਚ ਇਸ ਤਰੀਕੇ ਦੇ ਨਾਲ ਆਪਣੇ ਜੀਵਨ ਨੂੰ ਢਾਲ ਲਏਗਾ, ਤਾਂ ਹੀ ਤੇਰੀ ਉਸ ਪ੍ਰਭੂ ਨਾਲੋਂ ਵਿੱਚ ਮਿਟੇਗੀ। ਤੋ ਇੱਥੇ ਰਿੱਧੀਆਂ ਸਿੱਧੀਆਂ ਨੂੰ ਸਤਿਗੁਰੂ ਜੀ ਨੇ ਕਿਹਾ ਕਿ ਜਿਹੜੀਆਂ ਦੇ ਉੱਤੇ ਤੂੰ ਆਪਣੇ ਆਪ ਨੂੰ ਟਾਰਗੇਟ ਕੀਤਾ ਹੋਇਆ ਹੈ, ਤੂੰ ਜਿੱਧਰ ਨੂੰ ਵੱਧਦਾ ਰਹਿੰਦਾ ਹੈ ਯੋਗ ਦੀ ਜੁਗਤ ਦੇ ਨਾਲ ਆਪਣੀ ਸਾਧਨਾ ਕਰਕੇ, ਤੇ ਤੂੰ ਜੋ ਕਰ ਰਿਹਾ ਹੈ, ਜੋ ਪ੍ਰਾਪਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਅਵਰਾ ਸਾਧ। ਅਵਰਾ ਭਾਵ ਹੋਰ ਰਸਤੇ ਤੇ ਲਿਜਾਣ ਵਾਲਾ, ਭਾਵ ਅਕਾਲ ਪੁਰਖ ਨੂੰ ਛੱਡ ਕੇ ਦੂਜੇ ਪਾਸੇ ਲਿਜਾਣ ਵਾਲਾ ਰਸਤਾ ਹੈ। ਰਸਤਾ ਵੀ ਨਹੀਂ, ਇਹ ਸਾਧ ਹੈ, ਇਹ ਸਵਾਦ ਹੈ, ਚਸਕਾ ਹੈ। ਤੋ ਜਦੋਂ ਚਸਕੇ ਲੱਗ ਜਾਂਦੇ ਹਨ ਬੰਦੇ ਨੂੰ, ਤਾਂ ਆਪਣੇ ਉਹ ਟੀਚੇ ਤੋਂ ਥੜਕ ਜਾਂਦਾ ਹੈ, ਫਿਰ ਉਹਨੂੰ ਯਾਦ ਹੀ ਨਹੀਂ ਰਹਿੰਦਾ ਕਿ ਮੈਂ ਕੀ ਕਰਨਾ ਸੀ ਤੇ ਮੈਂ ਕਰ ਕੀ ਰਿਹਾ। ਤੋ ਸਤਿਗੁਰੂ ਜੀ ਕਹਿੰਦੇ ਹਨ, ਇਹ ਜੋ ਰਿੱਧੀਆਂ ਸਿੱਧੀਆਂ ਕਰਾਮਾਤੀ ਸ਼ਕਤੀਆਂ ਜੋ ਤੂੰ ਪ੍ਰਾਪਤ ਕਰਨ ਦਾ ਆਪਣੇ ਸਾਹਮਣੇ ਟੀਚਾ ਰੱਖਿਆ ਹੋਇਆ ਹੈ, ਕਿਉਂਕਿ ਵੱਡਾ ਜੋਗੀ ਤਾਂ ਗਿਣਿਆ ਹੀ ਉਹਨੂੰ ਜਾਂਦਾ ਹੈ ਜਿਹਨੂੰ ਕਰਾਮਾਤੀ ਸ਼ਕਤੀਆਂ ਹਾਸਲ ਹੋ ਜਾਣ। ਤਾਂ ਸਤਿਗੁਰੂ ਕਹਿੰਦੇ ਹਨ, ਇਹ ਜਿਹੜਾ ਤੂੰ ਆਪਣੇ ਸਾਹਮਣੇ ਟਾਰਗੇਟ ਰੱਖ ਕੇ ਚੱਲ ਰਿਹਾ ਹੈ ਕਿ ਤੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨੀਆਂ ਹਨ, ਇਹ ਤੇ ਅਕਾਲ ਪੁਰਖ ਤੋਂ ਲਾਂਭੇ ਲੈ ਕੇ ਜਾਣ ਵਾਲੇ ਚਸਕੇ ਹਨ, ਇਹਦੇ ਤੋਂ ਬਚ ਤੂੰ। ਤਾਂ ਸਤਿਗੁਰੂ ਜੀ ਅੱਗੇ ਕਹਿੰਦੇ ਹਨ, ਸੰਜੋਗ ਵਿਜੋਗ ਦੋਏ ਕਾਰ ਚਲਾਵੈ, ਲੇਖੇ ਆਵੈ ਭਾਗ। ਸਤਿਗੁਰੂ ਜੀ ਕਹਿੰਦੇ ਹਨ ਕਿ ਅਕਾਲ ਪੁਰਖ ਇਸ ਜਗਤ ਦੀ ਜੋ ਕਾਰ ਹੈ ਸਾਰੀ ਚਲਾ ਰਿਹਾ ਹੈ, ਤੇ ਜਗਤ ਦੀ ਕਾਰ ਚਲਾਉਣ ਦੇ ਵਿੱਚ ਜੋ ਸਿਸਟਮ ਹੈ ਅਕਾਲ ਪੁਰਖ ਦਾ, ਉਹ ਦੋ ਸ਼ਕਤੀਆਂ ਦਾ ਇਸਤੇਮਾਲ ਕਰ ਰਿਹਾ ਹੈ। ਦੋ ਕਿਸਮ ਦੀ ਸੱਤਾ ਚੱਲ ਰਹੀ ਹੈ ਇੱਥੇ, ਕਿ ਅਕਾਲ ਪੁਰਖ ਦੀ ਜੋ ਰਜ਼ਾ ਔਰ ਜੋ ਹੁਕਮ ਵਰਤ ਰਿਹਾ ਹੈ, ਤਾਂ ਸਤਿਗੁਰੂ ਜੀ ਨੇ ਇੱਥੇ ਉਹਨੂੰ ਸੰਜੋਗ ਤੇ ਵਿਜੋਗ ਦੇ ਰੂਪ ਵਿੱਚ ਸਾਡੇ ਸਾਹਮਣੇ ਰੱਖਿਆ ਹੈ। ਸੰਜੋਗ ਨੂੰ ਅਸੀਂ ਆਮ ਤੌਰ ਦੇ ਉੱਤੇ ਜੋ ਜੀਵਾਂ ਦਾ ਆਪਸ ਦੇ ਵਿੱਚ ਮਿਲਣਾ, ਜਾਂ ਕੋਈ ਦੋ ਚੀਜ਼ਾਂ ਦਾ ਆਪਸ ਵਿੱਚ ਮਿਲਾਪ ਹੋ ਕੇ ਕੋਈ ਨਵੀਂ ਚੀਜ਼ ਬਣ ਜਾਣਾ, ਕਾਰਜ ਹੋ ਜਾਣਾ, ਕੋਈ ਸਾਡੇ ਜਦੋਂ ਕੰਮ ਹੋ ਜਾਂਦੇ ਹਨ ਤਾਂ ਅਸੀਂ ਕਹਿੰਦੇ ਹਾਂ ਇਹ ਸੰਜੋਗ ਨਾਲ ਹੋ ਗਿਆ ਹੈ। ਇਸੇ ਤਰ੍ਹਾਂ ਹੀ ਵਿਯੋਗ ਦਾ ਮਤਲਬ ਇਹ ਹੈ ਕਿ ਜਦੋਂ ਜੀਵ ਵਿਛੜਦੇ ਹਨ, ਜਾਂ ਜਿਵੇਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਅਸੀਂ ਕਹਿੰਦੇ ਹਾਂ ਪੰਜਾਂ ਤੱਤਾਂ ਦਾ ਆਪਸ ਵਿੱਚ ਵਿਯੋਗ ਹੋ ਗਿਆ ਹੈ। ਤਾਂ ਉਹ ਮਿਲਾਪ ਤੇ ਵਿਯੋਗ, ਸੰਜੋਗ ਤੇ ਵਿਯੋਗ, ਇਹ ਪ੍ਰਭੂ ਦੀ ਰਜ਼ਾ ਦੇ ਹੁਕਮ ਦੇ ਦੋ ਵੱਡੇ ਹਿੱਸੇ ਕਰਕੇ ਸਤਿਗੁਰਾਂ ਨੇ ਇੱਥੇ ਦੱਸੇ ਹਨ ਕਿ ਇਹ ਸੰਸਾਰ ਦੀ ਕਾਰ ਉਹ ਅਕਾਲ ਪੁਰਖ ਚਲਾ ਰਿਹਾ ਹੈ, ਜਿਹੜਾ ਨਾਥ ਹੈ, ਜਿਹਨੇ ਸਾਰੀ ਸ੍ਰਿਸ਼ਟੀ ਆਪਣੇ ਵਸ ਵਿੱਚ ਕੀਤੀ ਹੋਈ ਹੈ, ਉਹਦੇ ਵਸ ਵਿੱਚ ਹੈ। ਉਹਦੇ ਕਾਰਜ ਸਾਰੇ ਜਿੰਨੇ ਜਗਤ ਦੇ ਹਨ ਉਹ ਦੋ ਹਿੱਸਿਆਂ ਦੇ ਵਿੱਚ ਚੱਲ ਰਹੇ ਹਨ, ਸੰਜੋਗ ਤੇ ਵਿਜੋਗ ਦੇ ਨਾਲ। ਤੇ ਇੱਕ ਕਾਰ ਚਲਾਵਾਂ ਭਾਵ ਇਸ ਤਰ੍ਹਾਂ ਜਗਤ ਦੀ ਕਾਰ ਚੱਲ ਰਹੀ ਹੈ
ਤੇ ਲੇਖੇ ਆਵੈ ਭਾਗ, ਭਾਵ ਜੋ ਲੇਖੇ ਹਨ ਜੀਵਾਂ ਦੇ ਚੰਗੇ ਤੇ ਮਾੜੇ ਜੋ ਕਰਮ ਹਨ, ਉਹਨਾਂ ਦੇ ਲੇਖੇ ਦੇ ਮੁਤਾਬਕ ਜੀਵਾਂ ਦੇ ਆਪਣੇ ਆਪਣੇ ਹਿੱਸੇ। ਅਸੀਂ ਭਾਗ ਲਫ਼ਜ਼ ਕਿਸਮਤ ਦੇ ਵਾਸਤੇ ਅਕਸਰ ਵਰਤਦੇ ਹਾਂ। ਇਹ ਸ਼ਬਦ ਭਾਗ ਭਾਵ ਹਿੱਸੇ ਤੋਂ ਬਣਿਆ ਹੈ ਕਿ ਮੇਰੇ ਹਿੱਸੇ ਕੀ ਆਇਆ ਹੈ, ਇਹ ਮੇਰੇ ਭਾਗ ਹੋ ਗਏ। ਤਾਂ ਸਤਿਗੁਰੂ ਜੀ ਕਹਿੰਦੇ ਹਨ ਲੇਖੇ ਆਵੈ ਭਾਗ। ਤਾਂ ਅਕਾਲ ਪੁਰਖ ਨੇ ਹਰ ਜੀਵ ਦੇ ਕਰਮਾਂ ਦੇ ਮੁਤਾਬਕ, ਚੰਗੇ ਮਾੜੇ ਕਰਮਾਂ ਦੇ ਮੁਤਾਬਕ ਹਰ ਜੀਵ ਦੇ ਹਿੱਸੇ ਵਿੱਚ ਜੋ ਲਿਖ ਦਿੱਤਾ ਹੈ, ਜੋ ਉਹਦੇ ਭਾਗਾਂ ਵਿੱਚ ਲਿਖ ਦਿੱਤਾ ਹੈ, ਉਹਦੇ ਹਿੱਸੇ ਵਿੱਚ ਲਿਖ ਦਿੱਤਾ ਹੈ, ਇਹ ਸੰਜੋਗ ਤੇ ਵਿਜੋਗ ਦੇ ਨਾਲ ਇਹ ਕਾਰਜ ਚੱਲਦਾ ਹੈ। ਤੇ ਹਰ ਜੀਵ ਦੇ ਹਿੱਸੇ ਆਪਣੇ ਕਰਮਾਂ ਅਨੁਸਾਰ ਜੋ ਉਹਨੂੰ ਪ੍ਰਾਪਤ ਹੋਣਾ ਹੁੰਦਾ ਹੈ ਉਹ ਹੋ ਜਾਂਦਾ ਹੈ। ਆਦੇਸ਼ ਤਿਸੈ ਆਦੇਸ਼, ਮੇਰੀ ਨਮਸਕਾਰ ਹੈ, ਮੇਰੀ ਪ੍ਰਣਾਮ ਹੈ ਉਸ ਅਕਾਲ ਪੁਰਖ ਅੱਗੇ ਜਿਹੜਾ ਕਿ ਮੁੱਢ ਤੋਂ ਹੈ, ਕਲੰਕ ਰਹਿਤ ਹੈ, ਪਵਿੱਤਰ ਹੈ, ਜਿਹਦਾ ਕੋਈ ਮੁੱਢ ਨਹੀਂ, ਜਿਹਦਾ ਕੋਈ ਅੰਤ ਨਹੀਂ, ਜਿਹਦਾ ਕੋਈ ਨਾਸ਼ ਹੋਣ ਦਾ, ਆਹਤ ਹੋਣ ਦਾ ਕੋਈ ਸਿਸਟਮ ਨਹੀਂ, ਤੇ ਜਿਹੜਾ ਸਦਾ ਯੁੱਗ ਯੁੱਗਾਂ ਤੋਂ ਹਰ ਯੁੱਗ ਦੇ ਵਿੱਚ ਇੱਕੋ ਵੇਸ ਇੱਕੋ ਰੂਪ ਦੇ ਵਿੱਚ ਵਿਚਰ ਰਿਹਾ ਹੈ, ਇੱਕੋ ਰੂਪ ਦੇ ਵਿੱਚ ਇਸ ਜਗਤ ਦੀ ਕਾਰ ਚਲਾ ਰਿਹਾ ਹੈ। ਤੋ ਇਹ ਦੋ ਪੌੜੀਆਂ ਦੇ ਵਿੱਚ ਸਤਿਗੁਰਾਂ ਨੇ ਜੋਗੀਆਂ ਦੇ ਨਾਲ ਜੋ ਗੱਲਾਂ ਕੀਤੀਆਂ ਹਨ, ਉਹਨਾਂ ਨੇ ਜੋਗੀਆਂ ਦੇ ਸਾਹਮਣੇ ਗੁਰਮਤਿ ਦੇ ਕੁਝ ਸਿਧਾਂਤ ਰੱਖੇ ਹਨ। ਆਓ ਆਪਾਂ ਥੋੜ੍ਹੀ ਜਿਹੀ ਵਿਚਾਰ ਉਹਨਾਂ ਸਿਧਾਂਤਾਂ ਦੀ, ਕਿਉਂਕਿ ਆਪਣੇ ਆਪ ਵਿੱਚ ਇੱਕ ਬਹੁਤ ਲੰਬਾ ਵਿਸ਼ਾ ਹੈ, ਥੋੜ੍ਹਾ ਜਿਹਾ ਟੂਕ ਮਾਤਰ ਆਪਾਂ ਇਹਨਾਂ ਨੂੰ ਡਿਸਕਸ ਕਰ ਲਈਏ। ਸਤਿਗੁਰਾਂ ਨੇ ਗੱਲ ਸ਼ੁਰੂ ਕੀਤੀ ਸੰਤੋਖ ਤੋਂ। ਤੇ ਇਹ ਇੱਕ ਬੜੀ ਦਿਲਚਸਪ ਚੀਜ਼ ਹੈ, ਕਿਉਂਕਿ ਸੰਤੋਖ ਜਿਹੜਾ ਹੈ ਯੋਗੀਆਂ ਦੇ ਅਸ਼ਟਾਂਗ ਯੋਗ ਦੇ ਜੋ 8 ਅੰਗ ਮੰਨੇ ਗਏ ਹਨ, ਜਿਨ੍ਹਾਂ ਵਿੱਚੋਂ ਦੂਜਾ ਅੰਗ ਜਿਸ ਨੂੰ ਨਿਯਮ ਕਿਹਾ ਜਾਂਦਾ ਹੈ, ਉਹਦੇ ਵਿੱਚੋਂ ਵੀ ਜਿਹੜੇ 5 ਅੰਗ ਮੁੱਖ ਮੰਨੇ ਗਏ ਹਨ, ਉਹਨਾਂ ਵਿੱਚੋਂ ਇੱਕ ਸੰਤੋਖ ਹੈ। ਤੇ ਸਤਿਗੁਰਾਂ ਨੇ ਕਿਹਾ ਕਿ ਤੇ ਮੁੰਦਰਾਂ ਨੂੰ ਸੰਤੋਖ ਬਣਾ। ਤਾਂ ਸਵਾਲ ਪੈਦਾ ਹੁੰਦਾ ਹੈ ਕਿ ਸੰਤੋਖ ਤੇ ਪਹਿਲਾਂ ਹੀ ਯੋਗ ਮਤ ਦਾ ਇੱਕ ਮੁੱਖ ਅੰਗ ਉਹਨਾਂ ਨੇ ਕਿਹਾ ਹੋਇਆ ਹੈ, ਤਾਂ ਫਿਰ ਸਤਿਗੁਰਾਂ ਨੇ ਇਹ ਗੱਲ ਕਿਉਂ ਕਹੀ ਇੱਥੇ? ਤਾਂ ਦਰਅਸਲ ਜੇ ਅਸੀਂ ਥੋੜ੍ਹੀ ਜਿਹੀ ਗੌਰ ਕਰੀਏ, ਹਰ ਧਰਮ ਦੇ ਵਿੱਚ ਹਰ ਕਨਸੈਪਟ ਦੇ ਵਾਸਤੇ ਸਾਨੂੰ, ਜਿਵੇਂ ਸਤਿਗੁਰਾਂ ਨੇ ਵੀ ਬਹੁਤ ਸਾਰੇ ਕਨਸੈਪਟ ਜਿਹੜੇ ਨੇ ਪਹਿਲਾਂ ਦੇ ਫਲਸਫੇ ਦੇ ਵਿੱਚੋਂ ਲਏ ਨੇ, ਲੇਕਿਨ ਉਹਨਾਂ ਨੂੰ ਰੀਡਿਫਾਈਨ ਕੀਤਾ ਗੁਰਮਤਿ ਦੇ ਮੁਤਾਬਕ। ਹੁਣ ਜੇ ਸੰਤੋਸ਼ ਦੀ ਅਸੀਂ ਯੋਗ ਮਤ ਦੀ ਡੈਫੀਨੇਸ਼ਨ ਦੇਖੀਏ, ਹਾਲਾਂਕਿ ਬਹੁਤ ਸਾਰੀਆਂ ਡੈਫੀਨੇਸ਼ਨ ਉਹਦੇ ਵਿੱਚ ਦਿੱਤੀਆਂ ਗਈਆਂ, ਵੱਖੋ ਵੱਖ ਲੇਖਕਾਂ ਨੇ ਆਪਣੇ ਆਪਣੇ ਵਿਚਾਰਾਂ ਦੇ ਮੁਤਾਬਕ ਕੀਤੀ ਹੈ, ਪਰ ਉਹਨਾਂ ਚੋਂ ਇੱਕ ਮੈਂ ਤੁਹਾਡੇ ਨਾਲ ਛੋਟੀ ਜਿਹੀ ਮਤ ਜੋ ਹੈ ਉਹ ਸਾਂਝੀ ਕਰ ਦਿੰਦਾ ਕਿ ਸੰਤੋਖ ਦਾ ਅਰਥ ਉਹ ਕੀ ਲੈਂਦੇ ਹਨ। ਉਹ ਸੰਤੋਖ ਦਾ ਅਰਥ ਲੈਂਦੇ ਹਨ ਕਿ ਇੱਕ ਯੋਗੀ ਲਈ ਸੰਤੋਖ ਦਾ ਪਹਿਲਾ ਅੰਗ ਹੈ ਕਿ ਉਹ ਆਪਣੇ ਗੁਜ਼ਰਾਨ ਵਾਸਤੇ ਕੋਈ ਕਿਰਤ ਦੇ ਝਮੇਲੇ ਵਿੱਚ ਨਾ ਪਵੇ, ਉਹ ਕੋਈ ਕਿਰਤ ਨਾ ਕਰੇ। ਉਹਦਾ ਦੂਜਾ ਅੰਗ ਹੈ ਕਿ ਉਹ ਜੋ ਵੀ ਉਹਨੇ ਆਪਣਾ ਗੁਜ਼ਾਰਾ ਕਰਨਾ ਹੈ ਉਹ ਮੰਗ ਕੇ ਕਰੇ। ਇਸੇ ਕਰਕੇ ਹੀ ਉਹ ਪੱਤ ਤੇ ਝੋਲੀ ਦੀ ਗੱਲ ਉਹ ਜਿਹੜੀ ਹੈ ਉਹ ਯੋਗ ਮਤ ਦੇ ਨਾਲ ਪੱਕੀ ਤਰ੍ਹਾਂ ਸੰਬੰਧਿਤ ਹੈ। ਤੇ ਫਿਰ ਨਾਲ ਉਹ ਕਹਿੰਦੇ ਹਨ ਕਿ ਤੁਸੀਂ ਇੱਕ ਦਿਨ ਦੀ ਲੋੜ ਤੋਂ ਵੱਧ ਭਿੱਖਿਆ ਵੀ ਨਹੀਂ ਮੰਗਦੇ। ਹੁਣ ਜੇ ਅਸੀਂ ਇਹਦੇ ਨਾਲ ਗੁਰਮਤਿ ਨੂੰ ਅਗਰ ਕੰਟਰਾਸਟ ਕਰੀਏ ਕਿ ਸਤਿਗੁਰਾਂ ਨੇ ਇੱਥੇ ਜਿਹੜੀ ਸੰਤੋਖ ਦੀ ਸਿੱਖਿਆ ਉਹਨਾਂ ਨੂੰ ਦਿੱਤੀ ਹੋਏਗੀ, ਤਾਂ ਉਹ ਉਸ ਤੋਂ ਅਗਲੇ ਹਿੱਸੇ 'ਚ ਪੰਕਤੀ ਦੇ ਵਿੱਚ ਜਿਹੜੀ ਸ਼ਰਮ ਪੱਤ ਝੋਲੀ, ਕਿਉਂਕਿ ਗੁਰਮਤਿ ਤਾਂ ਕਿਰਤ ਦਾ ਧਰਮ ਹੈ, ਉਦਮ ਦਾ ਧਰਮ ਹੈ, ਮਿਹਨਤ ਕਰਨ ਦਾ ਧਰਮ ਹੈ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਬਈ ਤੂੰ ਸੰਤੋਖ ਕਰ, ਪਰ ਕਿਹੜਾ ਸੰਤੋਖ ਕਰ? ਜੇ ਅਸੀਂ ਗੁਰਮਤਿ ਦੇ ਵਿੱਚ ਸੰਤੋਖ ਦੀ ਡਿਫਾਈਨ ਕਰਨਾ ਹੋਵੇ ਤਾਂ ਉਹਦਾ ਪਹਿਲਾ ਅੰਗ ਤਾਂ ਇਹ ਹੋਏਗਾ ਕਿ ਦਸਾਂ ਨਹੁੰ ਦੀ ਕਿਰਤ ਕਰਨਾ, ਇਹ ਸੰਤੋਖ ਦਾ ਸਾਡਾ ਪਹਿਲਾ ਹਿੱਸਾ ਬਣ ਜਾਏਗਾ, ਜਦ ਕਿ ਉੱਥੇ ਸੀ ਕਿ ਤੂੰ ਕਿਰਤ ਨਹੀਂ ਕਰਨੀ। ਤੇ ਦੂਜਾ ਹਿੱਸਾ ਇਹ ਹੋ ਜਾਏਗਾ ਕਿ ਜੋ ਤੂੰ ਕਮਾਇਆ ਹੈ ਉਹਦੇ ਨਾਲ ਆਪਣਾ ਗੁਜ਼ਰਾਨ ਕਰ, ਉਸ ਤੋਂ ਜ਼ਿਆਦਾ ਦੀ ਇੱਛਾ ਨਾ ਰੱਖ, ਤੇ ਬਲਕਿ ਉਹਦੇ ਵਿੱਚੋਂ ਵੀ ਤੂੰ ਆਪਣਾ ਦਸਵੰਧ ਕੱਢ ਕੇ ਤੇ ਵੰਡ ਕੇ ਛੱਡ। ਤਾਂ ਇਹਦਾ ਜਦੋਂ ਅਸੀਂ ਇਸ ਹਿਸਾਬ ਨਾਲ ਦੇਖੀਏ ਤੇ ਸਤਿਗੁਰਾਂ ਨੇ ਉਹਨਾਂ ਨੂੰ ਸੰਤੋਖ ਤੇ ਸ਼ਰਮ ਦੀ ਸਿੱਖਿਆ ਦਿੱਤੀ ਕਿ ਤੂੰ ਉਦਮ ਕਰ ਤੇ ਸੰਤੋਖ ਦੇ ਵਿੱਚ ਰਹਿ ਤੇ ਜਗਤ ਨੂੰ ਕੁਝ ਦੇ, ਤਾਂ ਤੇਰਾ ਇਹ ਕਰਨਾ ਜਿਹੜਾ ਹੈ ਇਹ ਵੇਸ਼ ਧਾਰਨ ਕਰਨ ਦੇ ਨਾਲ ਉਹਨਾਂ ਅਸੂਲਾਂ ਦੇ ਉਲਟ ਸਤਿਗੁਰਾਂ ਨੇ ਆਪਣਾ ਸਿਧਾਂਤ ਦੇ ਦਿੱਤਾ। ਦੂਜਾ, ਜਦੋਂ ਅਸੀਂ ਉਦਮ ਤੇ ਸ਼ਰਮ ਦੀ ਗੱਲ ਕਰਦੇ ਹਾਂ ਤਾਂ ਯੋਗ ਮਤ ਦਾ ਜੋ ਧਿਆਨ ਹੈ ਤਿਆਗ ਹੈ ਉਹ ਸਾਡੇ ਸਾਹਮਣੇ ਆਉਂਦਾ ਹੈ, ਕਿਉਂਕਿ ਉਹਦੇ 'ਚ ਤਾਂ ਤਿਆਗੀ ਸੰਨਿਆਸੀ ਹੋਣਾ ਜ਼ਰੂਰੀ ਮੰਨਿਆ ਗਿਆ। ਇਸੇ ਤਰ੍ਹਾਂ ਹੀ ਸਤਿਗੁਰਾਂ ਨੇ ਸਿੱਖਿਆ ਦਿੱਤੀ
ਧਿਆਨ ਤੇ ਵਿਭੂਤ ਦੀ। ਹੁਣ ਧਿਆਨ ਵੀ ਇਹ ਵੀ ਬੜੀ ਇੰਟਰਸਟਿੰਗ ਚੀਜ਼ ਹੈ ਕਿ ਧਿਆਨ ਤਾਂ ਯੋਗ ਦੇ ਜਿਹੜੇ 8 ਮੁੱਖ ਅੰਗ ਉਹਨਾਂ ਵਿੱਚੋਂ ਇੱਕ ਅੰਗ ਧਿਆਨ ਹੈ। ਔਰ ਸਤਿਗੁਰੂ ਕਹਿੰਦੇ ਹਨ ਕਿ ਧਿਆਨ ਅਕਾਲ ਪੁਰਖ ਦਾ ਕਰ, ਕਿਉਂਕਿ ਉਹਨਾਂ ਦੇ ਅਸ਼ਟਾਂਗ ਦੇ ਜਿਹੜੇ ਆਖਰੀ 3 ਹਿੱਸੇ ਹਨ, ਧਾਰਨਾ, ਧਿਆਨ ਤੇ ਸਮਾਧੀ, ਉਹਨਾਂ ਦੇ ਨਾਲ ਉਹ ਆਪਣੇ ਮੰਤਵ ਤੱਕ, ਕੈਵਲਿਆ ਤੱਕ ਪਹੁੰਚਦੇ ਹਨ। ਤਾਂ ਸਤਿਗੁਰੂ ਕਹਿੰਦੇ ਹਨ ਕਿ ਉਹ ਧਿਆਨ ਨਹੀਂ ਜਿਹਦੇ ਨਾਲ ਤੂੰ ਕੇਵਲ ਆਪਣੀ ਅੰਦਰ ਵੱਲ ਹੀ ਝਾਤੀ ਮਾਰਦਾ ਹੈ, ਆਪਣੀ ਆਤਮਾ ਨੂੰ ਹੀ ਲੱਭਦਾ ਫਿਰਦਾ ਹੈ, ਆਪਣੀ ਆਤਮਾ ਦਾ ਭਾਵ ਪੁਰਸ਼ ਦਾ ਤੇ ਪ੍ਰਕਿਰਤੀ ਦਾ ਨਿਖੇੜਾ ਕਰਦਾ ਹੈ। ਉਹ ਨਹੀਂ, ਤੂੰ ਆਪਣਾ ਧਿਆਨ ਜਿਹੜਾ ਹੈ ਉਹ ਅਕਾਲ ਪੁਰਖ ਦੇ ਨਾਲ ਜੋੜ। ਤੋ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਨੇ ਜੁਗਤ ਦੀ ਗੱਲ, ਜਿਵੇਂ ਆਪਾਂ ਪਹਿਲਾਂ ਕਰ ਚੁੱਕੇ ਹਾਂ ਕਿ ਯੋਗ ਅਸਲ ਦੇ ਵਿੱਚ ਜੁਗਤ ਦਾ ਹੀ ਨਾਮ ਹੈ, ਤੇ ਸਤਿਗੁਰਾਂ ਨੇ ਕਿਹਾ ਕਿ ਜੁਗਤ ਸਾਨੂੰ ਇੱਕੋ ਹੀ ਚਾਹੀਦੀ ਹੈ ਜੀਵਨ ਦੇ ਵਿੱਚ ਸਫਲ ਹੋਣ ਲਈ, ਉਹ ਹੈ ਕੁਆਰੀ ਕਾਇਆ ਦੀ, ਭਾਵ ਵਿਕਾਰਾਂ ਤੋਂ ਬਚ ਕੇ ਜੀਵਨ ਬਤੀਤ ਕਰਨ। ਤੇ ਸਗਲ ਜਮਾਤੀ ਸਤਿਗੁਰਾਂ ਨੇ ਜਿਵੇਂ ਅੱਗੇ ਜਾ ਕੇ ਸ਼ਬਦ ਵਰਤਿਆ ਹੈ, ਤੇ ਪ੍ਰਤੀਤ ਦਾ ਸ਼ਬਦ ਵਰਤਿਆ ਹੈ। ਪ੍ਰਤੀਤ ਦਾ ਅਰਥ ਹੈ ਅਕਾਲ ਪੁਰਖ ਦੇ ਵਿੱਚ ਭਰੋਸਾ। ਯੋਗ ਮਤ ਦੇ ਵਿੱਚ ਅਜਿਹਾ ਕੋਈ ਕਨਸੈਪਟ ਨਹੀਂ ਹੈ ਜਿਹੜਾ ਸਤਿਗੁਰਾਂ ਨੇ ਇੱਥੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਸਗਲ ਜਮਾਤੀ ਭਾਵ ਪੂਰੇ ਜਗਤ ਨੂੰ ਹੀ ਆਪਣਾ ਪਰਿਵਾਰ, ਆਪਣੇ ਸੱਜਣ ਮਿੱਤਰ ਮੰਨਣਾ, ਇਹੀ ਸਰਵ ਉੱਚ ਜਿਹੜੀ ਅਵਸਥਾ ਸਤਿਗੁਰਾਂ ਨੇ ਦੱਸੀ ਹੈ। ਜਦ ਕਿ ਯੋਗ ਮਤ ਜਗਤ ਨੂੰ ਆਪਣਾ ਪਰਿਵਾਰ ਛੱਡ ਕੇ ਉਹ ਤੇ ਆਪਣੇ ਜਿਹੜੇ ਖੂਨ ਦੇ ਰਿਸ਼ਤੇ ਵਾਲੇ ਪਰਿਵਾਰ ਨੇ ਉਹਨਾਂ ਦਾ ਵੀ ਤਿਆਗ ਕਰਕੇ ਜਾ ਰਹੇ ਹਨ। ਤਾਂ ਸਤਿਗੁਰੂ ਉਹਨਾਂ ਨੂੰ ਸਮਝਾ ਰਹੇ ਹਨ ਇਹਨਾਂ ਢੰਗਾਂ ਦੇ ਨਾਲ ਕਿ ਤੂੰ ਜਿਸ ਢੰਗ ਦੇ ਨਾਲ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਇਹ ਵਿਅਰਥ ਹੈ। ਤੇ ਅੱਗੇ ਸਤਿਗੁਰੂ ਜੀ ਨੇ ਗੱਲ ਕੀਤੀ ਹੈ ਅਕਾਲ ਪੁਰਖ ਨੂੰ ਨਮਸਕਾਰ ਕਰਨ। ਇਹ ਯੋਗ ਮਤ ਨਾਲ ਸੰਬੰਧਿਤ ਸਾਰੀਆਂ ਪੌੜੀਆਂ ਦੇ ਅੰਤ ਵਿੱਚ ਇਹੀ ਪੰਕਤੀਆਂ ਆਉਂਦੀਆਂ ਹਨ, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਹਾਲਾਂਕਿ ਇਹ ਵੀ ਆਪਣੇ ਆਪ ਵਿੱਚ ਇੱਕ ਬੜਾ ਲੰਬਾ ਵਿਸ਼ਾ ਹੈ ਯੋਗ ਮਤ ਦੇ ਸੰਬੰਧ ਵਿੱਚ, ਕਿ ਯੋਗ ਮਤ ਦੇ ਬਾਰੇ ਬਹੁਤ ਸਾਰੇ ਵਿਚਾਰਵਾਨਾਂ ਦਾ ਇਹ ਖਿਆਲ ਹੈ ਕਿ ਇਹ ਭਾਵੇਂ ਬਾਹਰੋਂ ਦੇਖਣ ਨੂੰ ਤਾਂ ਇਹ ਇੱਕ ਆਸਤਕ ਭਾਵ ਅਕਾਲ ਪੁਰਖ ਈਸ਼ਵਰ ਦੇ ਵਿੱਚ ਯਕੀਨ ਰੱਖਣ ਵਾਲਾ ਮਤ ਦਿਸਦਾ ਹੈ, ਪਰ ਅਸਲੀਅਤ ਦੇ ਵਿੱਚ ਇੱਕ ਨਾਸਤਕ ਔਰ ਐਥੀਸਟ ਮਤ ਹੈ। ਇਹ ਵਿਚਾਰ ਕੋਈ ਛੋਟੇ ਮੋਟੇ ਵਿਚਾਰਵਾਨਾਂ ਦੇ ਨਹੀਂ, ਰਾਧਾ ਕ੍ਰਿਸ਼ਨਨ ਦੇ, ਹਿਰਿਆਨਾ ਦੇ, ਦਾਸ ਗੁਪਤਾ ਦੇ, ਜਿਹੜੇ ਪੁਰਾਣੇ ਸਮੇਂ ਤੋਂ ਭਾਰਤੀ ਫਿਲਾਸਫੀ ਦੇ ਜਿਹੜੇ ਅਥਾਰਟੀਜ਼ ਮੰਨੇ ਜਾ ਰਹੇ ਹਨ, ਉਹਨਾਂ ਦਾ ਖਿਆਲ ਇਹ ਹੈ ਕਿ ਇਸ ਦੀ ਅੰਦਰੂਨੀ ਭਾਵਨਾ ਜੋ ਯੋਗ ਮਤ ਦੀ ਹੈ ਉਹ ਅਕਾਲ ਪੁਰਖ ਦੀ ਯਕੀਨ ਦੀ ਨਹੀਂ ਹੈ, ਬਲਕਿ ਅਕਾਲ ਪੁਰਖ ਤੋਂ ਮੁਨਕਰ ਹੋਣ ਦੀ ਹੈ। ਤਾਂ ਇੱਥੇ ਸਤਿਗੁਰਾਂ ਨੇ ਇਹਨਾਂ ਪੰਕਤੀਆਂ ਨੂੰ ਇਹਨਾਂ 3 ਪੌੜੀਆਂ ਦੇ ਵਿੱਚ ਇਹ ਸਾਡੀ ਟੇਕ ਬਣਾ ਕੇ ਸਤਿਗੁਰਾਂ ਨੇ ਉਚਾਰੀਆਂ ਹਨ ਕਿ ਮੇਰੀ ਨਮਸਕਾਰ ਤੇ ਉਸ ਅਕਾਲ ਪੁਰਖ ਵਿੱਚ ਹੈ ਜਿਹੜਾ ਆਦ ਹੈ, ਅਨੀਲ ਹੈ, ਅਨਾਦ ਅਨਾਹਤ ਅਤੇ ਜੁਗ ਜੁਗ ਇੱਕੋ ਵੇਸ। ਤਾਂ ਇਸੇ ਤਰ੍ਹਾਂ ਹੀ ਜਦੋਂ ਅਸੀਂ ਅਗਲੀ ਪੌੜੀ ਦੇ ਵਿੱਚ ਨਜ਼ਰ ਮਾਰਦੇ ਹਾਂ ਉਹਦੇ ਵਿੱਚ ਵੀ ਸਤਿਗੁਰਾਂ ਨੇ ਅਕਾਲ ਪੁਰਖ ਦੇ ਗਿਆਨ ਦੀ ਜੋ ਗੱਲ ਕੀਤੀ ਹੈ, ਭੁਗਤ ਗਿਆਨ, ਦਇਆ ਦੀ ਗੱਲ ਕੀਤੀ ਹੈ, ਤੇ ਦਇਆ ਵੀ ਗਿਆਨ ਦੇ ਵੰਡਣ ਦੀ ਦਇਆ ਦੀ ਗੱਲ ਕੀਤੀ ਹੈ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਗਿਆਨ ਨੂੰ ਆਪਣਾ ਭੋਜਨ ਬਣਾ, ਅਗਿਆਨਤਾ ਦੇ ਵਿੱਚ ਨਾ ਫਸ, ਤੇ ਗਿਆਨ ਨੂੰ ਵੰਡ ਸਾਰੇ ਪਾਸੇ। ਹਰ ਜਗ੍ਹਾ ਦੇ ਉੱਤੇ ਅਕਾਲ ਪੁਰਖ ਦੀ ਜੋਤ, ਉਹਦੀ ਧੁਨ ਨੂੰ, ਉਹਦੀ ਨਾਦ ਨੂੰ ਵੱਜਦਾ ਹੋਇਆ ਵੇਖ ਤੇ ਸੁਣ। ਤਾਂ ਸਤਿਗੁਰਾਂ ਨੇ ਉਹਦੇ ਵਿੱਚ ਜੋ ਸਾਨੂੰ ਸਿੱਖਿਆ ਦੇਣੀ ਚਾਹੀ ਹੈ, ਉਹਨਾਂ ਨੇ ਜੋਗੀਆਂ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਜੇ ਤੂੰ ਜੀਵਨ ਨੂੰ ਸਫਲ ਕਰਨਾ ਹੈ ਤਾਂ ਆਪਣੇ ਗਿਆਨ ਨੂੰ ਵਰਤ, ਕੇਵਲ ਕੁਝ ਜੁਗਤੀਆਂ ਨੂੰ ਲੈ ਕੇ ਆਪਣਾ ਜੀਵਨ ਨਾ ਲਗਾ। ਜੋ ਗਿਆਨ ਦੀ ਬਖਸ਼ਿਸ਼, ਸੋਚ ਸ਼ਕਤੀ, ਵਿਵੇਕ ਦੀ ਬਖਸ਼ਿਸ਼ ਅਕਾਲ ਪੁਰਖ ਨੇ ਤੈਨੂੰ ਕੀਤੀ ਹੈ, ਤੈਨੂੰ ਦਿੱਤਾ ਹੈ, ਹਰ ਮਨੁੱਖ ਨੂੰ ਦਿੱਤਾ ਹੈ, ਉਹਨੂੰ ਵਰਤ ਕੇ ਤੂੰ ਆਪਣੇ ਜੀਵਨ ਨੂੰ ਬਤੀਤ ਕਰ। ਤੇ ਉਸ ਨਾਥ ਦੇ ਨਾਲ ਜੁੜ, ਦੂਜੇ ਨਾਥਾਂ ਨਾਲ ਨਹੀਂ, ਉਸ ਨਾਥ ਦੇ ਨਾਲ ਜੁੜ ਜਿਹਦੀ ਨਾਥੀ ਦੇ ਵਿੱਚ ਸਾਰੀ ਸ੍ਰਿਸ਼ਟੀ ਵਰਤ ਰਹੀ ਹੈ। ਤੇ ਇਹਨਾਂ 2 ਪੰਕਤੀਆਂ ਦੇ ਵਿੱਚ ਜਿਹੜੇ 2 ਹੋਰ ਵੱਡੇ ਸਿਧਾਂਤ ਸਤਿਗੁਰਾਂ ਨੇ ਸਾਨੂੰ ਦਿੱਤੇ ਹਨ। ਇੱਕ ਤਾਂ ਪਹਿਲਾਂ ਜਿਹੜੇ ਸਾਡੇ ਅਖਾਣ ਵਰਗਾ ਹੀ ਬਣ ਚੁੱਕਾ ਹੈ ਕਿ ਮਨ ਜੀਤੈ ਜਗ ਜੀਤ, ਸਤਿਗੁਰਾਂ ਨੇ ਉਹ ਫਰਮਾਇਆ ਹੈ। ਤੇ ਦੂਜਾ ਇਹ ਕਿ ਜਿਹੜਾ ਰਿੱਧ ਸਿੱਧ ਅਵਰਾ ਸਾਧ, ਤੋ ਇਹ ਰਿੱਧ ਸਿੱਧ ਅਵਰਾ ਸਾਧ ਸਾਡੇ ਵਾਸਤੇ ਵੀ
ਉਹਨਾਂ ਵਾਸਤੇ ਤਾਂ ਇਹ ਵਿਸ਼ੇਸ਼ ਉਪਦੇਸ਼ ਸੀਗਾ ਹੀ, ਇਹ ਸਾਡੇ ਵਾਸਤੇ ਵੀ ਬੜਾ ਵਿਸ਼ੇਸ਼ ਜੋ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ, ਸਾਡੇ ਲਈ ਵੀ ਇਹ ਬਹੁਤ ਮਾਇਨੇ ਰੱਖਦਾ ਹੈ, ਕਿਉਂਕਿ ਅੱਜ ਅਸੀਂ ਵੀ ਇਸ ਚੀਜ਼ ਨੂੰ ਭੁੱਲ ਚੁੱਕੇ ਹਾਂ। ਔਰ ਅਸੀਂ ਕਿਸੇ ਵੀ ਸਿੱਖ ਪੰਥ ਦੇ ਵੀ ਵੱਡੇ ਵੱਡੇ ਜੋ ਸਾਡੇ ਮਹਾਨ ਹਸਤੀਆਂ ਕਹੀਆਂ ਜਾਂਦੀਆਂ ਨੇ, ਉਹਨਾਂ ਦੇ ਨਾਲ ਵੀ ਅਸੀਂ ਤਰ੍ਹਾਂ ਤਰ੍ਹਾਂ ਦੇ ਇਹੋ ਜਿਹੀਆਂ ਕਰਾਮਾਤਾਂ ਨੂੰ ਜੋੜ ਬੈਠਦੇ ਹਾਂ। ਤੇ ਮਨ ਜੀਤਾ ਜਗ ਜੀਤਾ ਇੱਕ ਅਜਿਹਾ ਪ੍ਰਿੰਸੀਪਲ ਹੈ, ਇੱਕ ਅਜਿਹਾ ਸੂਤਰ ਹੈ ਜਿਹੜਾ ਸਾਡੀ ਜ਼ਿੰਦਗੀ ਦਾ ਸੂਤਰ ਹੋਣਾ ਚਾਹੀਦਾ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਜੋ ਵੀ ਕੰਮ ਕਰਨਾ ਹੈ, ਖਾਸ ਕਰ ਧਰਮ ਦੀ ਦੁਨੀਆ ਦੇ ਵਿੱਚ, ਤੇ ਸਭ ਤੋਂ ਪਹਿਲਾਂ ਸਾਨੂੰ ਆਪਣੇ ਮਨ ਦੀਆਂ ਵਾਸ਼ਨਾਵਾਂ ਨੂੰ ਇਕਾਗਰ ਕਰਨਾ ਹੈ, ਉਹਨਾਂ ਤੇ ਜਿੱਤ ਪ੍ਰਾਪਤ ਕਰਨੀ ਹੈ, ਤੇ ਫਿਰ ਹਰ ਜਿਹੜੀ ਚੀਜ਼ ਹੈ ਉਹ ਅਸੀਂ ਪ੍ਰਾਪਤ ਕਰ ਸਕਦੇ ਹਾਂ। ਤਾਂ ਇਹ ਜੋ ਕੁਝ ਕੁ ਵਿਚਾਰਾਂ ਜੋ ਆਪ ਜੀ ਦੇ ਸਾਹਮਣੇ ਰੱਖੀਆਂ ਹਨ, ਇਹਨਾਂ ਨੂੰ ਪ੍ਰਵਾਨ ਕਰਨਾ ਤੇ ਹੋਈਆਂ ਭੁੱਲਾਂ ਦੀ ਖਿਮਾ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ